ਹੈਲੋ एवरीवन ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪਾਰਟ 17ਵਾਂ ਕਰਾਂਗੇ, ਜਿਹੜੀ ਆਪਣੀ ਔਨਗੋਇੰਗ ਸੀਰੀਜ਼ ਹੈ। ਤੇ ਮੈਂ ਹਲਕਾ ਜਿਹਾ ਇਹਦੇ ਥੰਬਨੇਲ ਦੇ ਵਿੱਚ ਥੋੜਾ ਚੇਂਜ ਕੀਤਾ ਹੈਗਾ ਤੇ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿਹੜੀ ਆ ਸੀਰੀਜ਼ ਚੱਲ ਰਹੀ ਹੈ ਇਹਦੇ ਵਿੱਚ ਆਪਾਂ ਕੀ ਕਵਰ ਕਰਦੇ ਹਾਂ। ਹਾਲਾਂਕਿ ਮੈਂ ਇੰਨਾ ਕੁਝ ਹੀ ਲਿਖ ਪਾਇਆ ਕਿਉਂਕਿ ਇਹ ਤੋਂ ਇਲਾਵਾ ਵੀ ਬਹੁਤ ਕੁਝ ਹੈ ਜਿਹੜਾ ਆਪਾਂ ਆਪਣੀ ਵੀਡੀਓਜ਼ ਦੇ ਵਿੱਚ ਕਵਰ ਕਰ ਰਹੇ ਹਾਂ, ਬਟ ਥੋੜਾ ਜਿਹਾ ਸਪੇਸ ਇਸ਼ੂ ਸੀਗਾ। ਸਪੇਸ ਇਸ਼ੂ ਕਰਕੇ ਆਪਾਂ ਇੰਨਾ ਜ਼ਿਆਦਾ ਲਿਖ ਨਹੀਂ ਪਾਏ, ਬਟ ਫਿਰ ਵੀ ਮੈਂ ਥੋੜ੍ਹਾ ਜਿਹਾ ਇੱਕ ਤਰ੍ਹਾਂ ਦਾ ਦੱਸਤਾ ਹੈਗਾ, ਹਿੰਟ ਦੇ ਦਿੱਤਾ ਹੈਗਾ ਕਿ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਨੇ ਇਹ ਟੌਪਿਕ ਜਿਹੜੇ ਨੇ ਉਹ ਕਵਰ ਕਰ ਰਹੇ ਹਾਂ। ਅਤੇ ਇੱਕ ਨਾ ਤੁਸੀਂ ਅੱਗੇ ਤੋਂ ਇੱਕ ਹੈਸ਼ਟੈਗ ਯੂਜ਼ ਕਰ ਸਕਦੇ ਹੋ, ਸਟੱਡੀ ਵਿਦ ਸੁਨੀਲ ਜਿੰਦਲ, ਕਿਉਂਕਿ ਜਦੋਂ ਵੀ ਤੁਸੀਂ ਕੋਈ ਹੋਰ ਵੀਡੀਓ ਨਹੀਂ ਮਿਲਦੀ ਹੈ ਤਾਂ ਤੁਸੀਂ YouTube 'ਤੇ ਸਰਚ ਕਰ ਸਕਦੇ ਹੋ, ਤਾਂ ਤੁਹਾਨੂੰ ਮੇਰੀ ਜਿੰਨੀ ਵੀ ਵੀਡੀਓਜ਼ ਨੇ ਉਹ ਦਿਖ ਜਾਣਗੀਆਂ ਤੁਹਾਨੂੰ YouTube 'ਤੇ। ਅਤੇ ਮੈਂ ਜਿਹੜਾ ਹੈਸ਼ਟੈਗ ਹੈ ਇਹਨੂੰ ਸਭ ਵੀਡੀਓਜ਼ ਦੇ ਉੱਪਰ ਪਾ ਦੇਵਾਂਗਾ ਅਤੇ ਅੱਗੇ ਤੋਂ ਤੁਸੀਂ ਆਹੀ ਹੈਸ਼ਟੈਗ ਦੇਖਣ ਨੂੰ ਮਿਲਿਆ ਕਰੂਗਾ। ਅੱਜ ਦਾ ਆਪਣਾ ਪਹਿਲਾ ਕੁਐਸਚਨ ਜਿਹੜਾ ਹੈਗਾ ਉਹ ਹੈਗੀ ਪਰਸੈਂਟੇਜ ਅਮਾਊਂਟ ਬਾਈ ਵੋਲਿਊਮ ਆਫ ਵਿਚ ਵਨ ਆਫ ਦਾ ਫੋਲੋਇੰਗ ਗੈਸ ਇਜ਼ ਲੋਐਸਟ ਇਨ ਦਾ ਐਟਮੋਸਫੇਅਰ। ਯਾਨੀ ਕਿ ਕੁਐਸਚਨ ਕਹਿ ਰਿਹਾ ਕਿ ਆਪਣੀ ਜਿਹੜਾ ਵਾਤਾਵਰਣ ਹੈ ਉਹਦੇ ਵਿੱਚ ਜਿਹੜੀ ਕਿਉਂਕਿ ਗੈਸ ਨਾਲ ਮਿਲ ਕੇ ਹੀ ਬਣਿਆ ਹੈਗਾ ਐਟਮੋਸਫੇਅਰ ਆਪਣਾ, ਅਤੇ ਉਹਦੇ ਵਿੱਚ ਸਭ ਤੋਂ ਘੱਟ ਮਾਤਰਾ ਕਿਹੜੀ ਗੈਸ ਦੀ ਹੈ। ਹਾਲਾਂਕਿ ਇਹ ਕੁਐਸਚਨ ਕਈ ਤਰ੍ਹਾਂ ਤੋਂ ਪੁੱਛਿਆ ਜਾ ਸਕਦਾ ਹੈਗਾ। ਕੀ ਪੁੱਛਿਆ ਜਾ ਸਕਦਾ ਹੈ? ਘੱਟ ਵੀ ਪੁੱਛਿਆ ਜਾ ਸਕਦਾ ਹੈ ਜਾਂ ਹਾਈਐਸਟ ਵੀ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਵੱਧ ਕਿਹਦੀ ਹੈ। ਤਾਂ ਮੈਂ ਤੁਹਾਨੂੰ ਇੱਕ ਚਾਰਟ ਦਿਖਾਉਣਾ, ਇਹਦੇ ਨਾਲ ਨਾ ਤੁਹਾਨੂੰ ਸਾਰੀ ਚੀਜ਼ਾਂ ਕਲੀਅਰ ਹੋ ਜਾਣਗੀਆਂ। ਇਹ ਕੀ ਦੱਸ ਰਿਹਾ ਹੈਗਾ, ਜਿਹੜੀ ਆਪਣੀ ਹਵਾ ਦੇ ਵਿੱਚ ਕਿਹੜੀ ਕਿਹੜੀ ਗੈਸ ਨੇ ਉਹਦੀ ਕੰਪੋਜੀਸ਼ਨ ਦੱਸ ਰਿਹਾ ਹੈਗਾ ਕਿ ਕਿਹੜੀ ਗੈਸ ਜ਼ਿਆਦਾ ਹੈ ਕਿਹੜੀ ਘੱਟ ਹੈ। ਤਾਂ ਜਿਹੜਾ ਬਲੂ ਜਿਹੜਾ ਕਲਰ ਹੈਗਾ ਸਾਰਾ ਆਹ ਤੁਸੀਂ ਦੇਖ ਰਹੇ ਹੋ, ਆਹ ਹੈਗਾ ਨਾਈਟ੍ਰੋਜਨ ਦਾ। ਦੈਟ ਮੀਨਸ ਆਪਣੇ ਇਨਵਾਇਰਮੈਂਟ ਦੇ ਵਿੱਚ ਜਿਹੜੀ ਸਭ ਤੋਂ ਵੱਧ ਗੈਸ ਦੀ ਕੁਆਂਟਿਟੀ ਹੈ ਉਹ ਹੈ ਨਾਈਟ੍ਰੋਜਨ। ਤਾਂ ਇਹਦਾ ਆਨਸਰ ਕੀ ਨਾਈਟ੍ਰੋਜਨ ਹੋ ਜਾਊਗਾ? ਜੀ ਨਹੀਂ। ਕੁਐਸਚਨ ਵਿੱਚ ਪੁੱਛਿਆ ਕਿ ਆਹ ਦੇਖ ਲਓ, ਕੁਐਸਚਨ ਦੇ ਵਿੱਚ ਪੁੱਛਿਆ ਹੈਗਾ ਕਿ ਲੋਐਸਟ ਕਿਹੜੀ ਹੈ, ਤਾਂ ਨਾਈਟ੍ਰੋਜਨ ਇਹਦਾ ਆਨਸਰ ਨਹੀਂ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਹੈ ਜਿਹੜੀ ਉਹ ਹੈ ਆਕਸੀਜਨ। ਜਿਹੜੀ ਆਰਗਨ ਹੈ ਉਹ ਹੈਗੀ 90 ਯਾਨੀ ਕਿ 0.90% ਤੋਂ ਹਲਕੀ ਜ਼ਿਆਦਾ। ਜੇ ਮੈਂ ਐਗਜ਼ੈਕਟ ਗੱਲ ਕਰਾਂ ਤਾਂ 0.93 ਹੈ। ਅਤੇ ਸਭ ਤੋਂ ਘੱਟ ਜਿਹੜੀ ਹੈ ਉਹ ਹੈ ਕਾਰਬਨ ਡਾਈਆਕਸਾਈਡ ਜੋ ਹੈ 0.03%। ਤਾਂ ਆਪਾਂ ਇਸ ਕੁਐਸਚਨ ਦਾ ਆਨਸਰ ਆਪਾਂ ਨੂੰ ਮਿਲ ਚੁੱਕਿਆ। ਇਹਦਾ ਆਨਸਰ ਹੈ ਆਪਸ਼ਨ ਨੰਬਰ ਬੀ, ਕਾਰਬਨ ਡਾਈਆਕਸਾਈਡ। ਹੁਣ ਜੇਕਰ ਮੈਂ ਗੱਲ ਕਰਾਂ ਆਹ ਤਾਂ ਚਲੋ ਆਪਣੇ ਕੁਐਸਚਨ ਦਾ ਆਨਸਰ ਹੋਗਾ। ਜੇ ਇੱਥੋਂ ਲੋਐਸਟ ਦੀ ਜਗ੍ਹਾ ਹਾਈਐਸਟ ਪੁੱਛਿਆ ਜਾਂਦਾ ਫਿਰ ਆਪਣਾ ਆਨਸਰ ਹੋ ਜਾਣਾ ਸੀਗਾ ਨਾਈਟ੍ਰੋਜਨ। ਅਤੇ ਜੇਕਰ ਸੈਕਿੰਡ ਹਾਈਐਸਟ ਪੁੱਛਿਆ ਜਾਂਦਾ ਫਿਰ ਆਪਣਾ ਹੋ ਜਾਣਾ ਸੀਗਾ ਆਪਸ਼ਨ ਨੰਬਰ ਡੀ, ਆਕਸੀਜਨ। ਆਈ ਹੋਪ ਤੁਸੀਂ ਚਾਹੋ ਤਾਂ ਵੀ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਜੇਕਰ ਤੁਸੀਂ ਨੋਟਸ ਬਣਾਉਂਦੇ ਹੋ, ਕਿਉਂਕਿ ਨਾ ਪੜ੍ਹਨ ਦੀ ਤਰੀਕਾ ਉਹਦਾ ਵਧੀਆ ਆਹੀ ਹੈ ਕਿ ਤੁਸੀਂ ਨੋਟਸ ਬਣਾਓ ਤਾਂ ਕਿ ਤੁਸੀਂ ਬਾਰ-ਬਾਰ ਉਹਨੂੰ ਰਿਵਾਈਜ਼ ਕਰ ਸਕੋ। ਅਤੇ ਜੇਕਰ ਤੁਸੀਂ ਥੋੜ੍ਹੇ ਜਿਹੇ ਲੇਜ਼ੀ ਹੋ ਬਈ ਨੋਟਸ ਨਹੀਂ ਬਣਾ ਸਕਦੇ ਤਾਂ ਤੁਸੀਂ ਫਿਰ ਵੀਡੀਓ ਨਾਲ ਰਿਪੀਟ ਕਰ ਲਿਆ ਕਰੋ। ਦੈਟ ਮੀਨਸ ਕਿ ਜਿਵੇਂ ਤੁਸੀਂ ਅੱਜ ਵੀਡੀਓ ਦੇਖੀ, ਮੰਨ ਲਓ ਸਵੇਰੇ ਵੀਡੀਓ ਦੇਖੀ ਤਾਂ ਸ਼ਾਮ ਨੂੰ ਇੱਕ ਵਾਰ ਦੁਬਾਰਾ ਰਿਪੀਟ ਕਰੋ, ਕਿਉਂਕਿ ਚੀਜ਼ਾਂ ਨਾ ਯਾਦ ਰੱਖਣੀ ਵੀ ਜ਼ਰੂਰੀ ਨੇ। ਪੜ੍ਹ ਤਾਂ ਆਪਾਂ ਬਹੁਤ ਕੁਝ ਲੈਂਦੇ ਹਾਂ, ਲੇਕਿਨ ਫਾਇਦਾ ਉਹਦਾ ਉਦੋਂ ਹੀ ਆਉਂਦਾ ਜਦੋਂ ਆਪਾਂ ਰਿਵਾਈਜ਼ ਕਰਦੇ ਹਾਂ, ਕਿਉਂਕਿ ਉਹ ਚੀਜ਼ ਨਾ ਆਪਣੇ ਦਿਮਾਗ 'ਚ ਬਹਿ ਜਾਂਦੀ ਹੈ ਲੰਬੇ ਟਾਈਮ ਲਈ ਅਤੇ ਐਗਜ਼ਾਮ ਦੇ ਵਿੱਚ ਵੀ ਹੈਲਪ ਕਰੂਗਾ। ਤਾਂ ਭਾਵੇਂ ਘੱਟ ਪੜ੍ਹ ਲਓ ਬਟ ਰਿਵਾਈਜ਼ ਜ਼ਰੂਰ ਕਰੋ ਯਾਰ। ਜ਼ਿਆਦਾ ਪੜ੍ਹਨ ਦੇ ਚੱਕਰ 'ਚ ਨਾ ਕੁਝ ਵੀ ਯਾਦ ਨਹੀਂ ਰਹਿੰਦਾ ਹੈਗਾ। ਆਹ ਥੋੜ੍ਹੀ ਜਿਹੀ ਸਟ੍ਰੈਟਜੀ ਅਪਣਾਇਆ ਕਰੋ। ਨੈਕਸਟ ਕੁਐਸਚਨ ਹੈਗਾ, ਹੂ ਵਾਜ਼ ਦਾ ਫਸਟ ਪੋਸਥਮਸ ਰੈਸੀਪੀਐਂਟ ਆਫ ਭਾਰਤ ਰਤਨ। ਤੁਹਾਨੂੰ ਪਤਾ ਹੀ ਹੈ ਕਿ ਭਾਰਤ ਰਤਨ ਹੈ ਜਿਹੜਾ ਆਪਣੀ ਇੰਡੀਆ ਦਾ ਹਾਈਐਸਟ ਸਿਵੀਲੀਅਨ ਅਵਾਰਡ ਹੈਗਾ। ਤਾਂ ਉਹਨੂੰ ਯਾਨੀ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ 1954 ਦੇ ਵਿੱਚ ਸ਼ੁਰੂ ਕਰਿਆ ਗਿਆ ਸੀਗਾ, ਉਸ ਟਾਈਮ 'ਤੇ ਜਿਹੜੇ ਲੋਕ ਜਿੰਦਾ ਸੀਗੇ ਯਾਨੀ ਕਿ ਜਿਹੜੇ ਮਰੇ ਨਹੀਂ ਸੀਗੇ। ਪੋਸਥਮਸ ਦਾ ਮਤਲਬ ਹੁੰਦਾ ਹੈ ਕਿ ਮਰਨ ਤੋਂ ਬਾਅਦ ਵੀ ਦਿੱਤਾ ਜਾ ਸਕਦਾ ਹੈ, ਯਾਨੀ ਕਿ ਜਿਹੜੇ ਬੰਦੇ ਨੇ ਦੇਸ਼ ਲਈ ਕੰਟਰੀਬਿਊਸ਼ਨ ਕੀਤਾ ਹੈਗਾ ਉਹਨੂੰ ਉਹਦੀ ਡੈਥ ਤੋਂ ਬਾਅਦ ਵੀ ਅਵਾਰਡ ਦਿੱਤਾ ਜਾਊਗਾ। ਹਾਲਾਂਕਿ 1954 'ਚ ਸਟਾਰਟ ਹੋਇਆ ਸੀਗਾ, ਉਦੋਂ ਇਹ ਪ੍ਰੋਵੀਜ਼ਨ ਨਹੀਂ ਸੀਗਾ। ਫਿਰ 1955 ਦੇ ਵਿੱਚ ਨਾ ਅਮੈਂਡ ਕੀਤਾ ਗਿਆ, ਯਾਨੀ ਕਿ ਹੁਣ ਪੋਸਥਮਸਲੀ ਵੀ ਦਿੱਤਾ ਜਾਊਗਾ। ਤਾਂ ਕੁਐਸਚਨ ਦੇ ਵਿੱਚ ਪੁੱਛ ਰਿਹਾ ਵੀ ਉਹ ਕਿਹੜੇ ਪਹਿਲੇ ਸੀਗੇ ਜਿਨ੍ਹਾਂ ਨੂੰ ਪੋਸਥਮਸਲੀ ਮਿਲਿਆ ਸੀਗਾ, ਯਾਨੀ ਕਿ ਮਰਨ ਤੋਂ ਬਾਅਦ, ਮੌਤ ਤੋਂ ਬਾਅਦ ਉਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਸੀਗਾ। ਤਾਂ ਜਿਹੜੇ ਪਹਿਲੇ ਸੀਗੇ ਉਹ ਸੀਗੇ ਆਪਣੇ ਦੂਜੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਦਾ ਨਾਂ ਹੈਗਾ ਜੀ ਲਾਲ ਬਹਾਦੁਰ ਸ਼ਾਸਤਰੀ ਜੀ। ਤਾਂ ਉਹਨਾਂ ਨੂੰ 1966 ਦੇ ਵਿੱਚ ਮਿਲਿਆ ਸੀਗਾ, ਕਿਉਂਕਿ ਤੁਹਾਨੂੰ ਪਤਾ ਹੀ ਇਹਨਾਂ ਦੀ ਜਿਵੇਂ ਕੋਈ ਰਹੱਸਮਈ ਮੌਤ ਹੋਈ ਸੀਗੀ ਤਾਸ਼ਕੰਦ ਦੇ ਵਿੱਚ ਵੀ ਜਦੋਂ ਪਾਕਿਸਤਾਨ ਨਾਲ ਸਮਝੌਤਾ ਕਰਨ ਗਏ ਸੀਗੇ। ਬਟ ਹਾਲੇ ਵੀ ਇੱਕ ਤਰ੍ਹਾਂ ਦੀ ਮਿਸਟਰੀ ਹੈ ਕਿ ਆ ਮਾਰੇ ਗਏ ਸੀ ਜਾਂ ਮਰੇ ਸੀਗੇ, ਕਿਉਂਕਿ ਉਹ ਆਪਣੇ ਐਗਜ਼ਾਮ ਦੇ ਵਿੱਚ ਨਹੀਂ ਆਉਣਾ ਹੈਗਾ। ਆਪਾਂ ਸਿਰਫ ਇਹੀ ਦੇਖਣਾ ਹੈਗਾ ਕਿ ਫਸਟ ਪੋਸਥਮਸ ਯਾਨੀ ਕਿ ਜਿਹੜਾ ਸਟੈਟਿਕ ਜੀਕੇ ਹੈ ਉਹ ਆਪਾਂ ਇਸ ਕੁਐਸਚਨ ਦੇ ਵਿੱਚ ਕਵਰ ਕਰ ਰਹੇ ਹਾਂ। ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਇੱਕ ਨਾਅਰੇ ਲਈ ਬਹੁਤ ਜਾਣਿਆ ਜਾਂਦਾ ਸੀਗਾ, ਅਤੇ ਕਈ ਵਾਰ ਐਗਜ਼ਾਮ 'ਚ ਵੀ ਪੁੱਛਦੇ ਨੇ ਕਿ ਜੈ ਜਵਾਨ ਜੈ ਕਿਸਾਨ ਨਾਅਰਾ ਕਿਹਨੇ ਦਿੱਤਾ ਸੀਗਾ, ਕਿਉਂਕਿ ਕਾਫੀ ਫੇਮਸ ਹੋਇਆ ਸੀਗਾ ਆਹ। ਤਾਂ ਆਹ ਨਾਅਰਾ ਦਿੱਤਾ ਸੀਗਾ ਲਾਲ ਬਹਾਦੁਰ ਸ਼ਾਸਤਰੀ ਜੀ ਨੇ, ਕਿਉਂਕਿ ਉਸ ਟਾਈਮ 'ਤੇ ਵੀ ਪਾਕਿਸਤਾਨ ਨਾਲ ਵੋਰ ਕੰਡੀਸ਼ਨ ਰਹੀ ਸੀਗੀ ਅਤੇ ਉਸ ਟਾਈਮ ਜਵਾਨਾਂ ਨੂੰ ਵੀ ਮਤਲਬ ਕਿ ਇੱਕ ਤਰ੍ਹਾਂ ਦਾ ਇਨਕਰੇਜ ਕਰਨਾ ਸੀਗਾ ਅਤੇ ਕਿਸਾਨਾਂ ਨੂੰ ਵੀ, ਕਿਉਂਕਿ ਕਿਸਾਨ ਨਹੀਂ ਹੋਣਗੇ ਤਾਂ ਜੀ ਉਹੀ ਗੱਲ ਹੈ ਉਪਜ ਕਿੱਦਾਂ ਪੈਦਾ ਹੋਊਗੀ ਅਤੇ ਆਪਣਾ ਦੇਸ਼ ਖਾਊਗਾ ਕਿ ਲੋਕ ਖਾਣਗੇ ਕੀ। ਹੁਣ ਜਿਹੜੀ ਆਪਾਂ ਗੱਲ ਕਰ ਲੈਂਦੇ ਹਾਂ, ਇੱਕ ਦੋ ਤਿੰਨ ਕੁਐਸਚਨ ਹੋਰ ਪੁੱਛੇ ਜਾਂਦੇ ਜੀਕੇ ਦੇ ਵਿੱਚ। ਜਦੋਂ 1954 ਦੇ ਵਿੱਚ ਭਾਰਤ ਰਤਨ ਪਹਿਲੀ ਵਾਰ ਦਿੱਤਾ ਗਿਆ ਸੀਗਾ ਤਾਂ ਉਸ ਟਾਈਮ 'ਤੇ 3 ਬੰਦਿਆਂ ਨੂੰ ਦਿੱਤਾ ਸੀਗਾ, 3 ਪਰਸਨੈਲਿਟੀ ਸੀਗੀ। ਪਹਿਲੇ ਸੀਗੇ ਸੀ ਰਾਜਾ ਗੋਪਾਲਾਚਾਰੀ,
ਦੂਜੇ ਸਰਵਪੱਲੀ ਰਾਧਾ ਕ੍ਰਿਸ਼ਨਨ ਜਿਹੜੇ ਆਪਣੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਸੀਗੇ ਅਤੇ ਦੂਜੇ ਪ੍ਰੈਜ਼ੀਡੈਂਟ ਸੀਗੇ। ਅਤੇ ਤੀਜੇ ਜਿਹੜੀ ਸ਼ਖਸੀਅਤ ਨੇ ਉਹ ਸੀਗੇ CV ਰਮਨ, ਕਿਉਂਕਿ ਇਹਨਾਂ ਨੂੰ ਰਮਨ ਸਕੈਟਰਿੰਗ ਕਰਕੇ ਜਿਹੜਾ ਹੈਗਾ ਸਕੈਟਰਿੰਗ ਆਫ ਲਾਈਟ ਦੇ ਉੱਤੇ ਇਹਨਾਂ ਨੇ ਫਿਨੋਮੀਨਾ ਦਿੱਤਾ ਸੀਗਾ। ਇਹਨਾਂ ਦੇ ਇਸ ਵਰਕ ਲਈ ਇਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਸੀਗਾ। ਅਤੇ ਜੇਕਰ ਮੈਂ C ਰਾਜਾ ਗੋਪਾਲਾਚਾਰੀ ਬਾਰੇ ਗੱਲ ਕਰਾਂ ਤਾਂ ਆ ਵੀ ਓਨਲੀ ਇੰਡੀਅਨ ਸੀਗੇ ਅਤੇ ਲਾਸਟ ਗਵਰਨਰ ਜਨਰਲ ਆਫ ਇੰਡੀਪੈਂਡੈਂਟ ਇੰਡੀਆ ਸੀਗੇ, ਕਿਉਂਕਿ ਉਹ ਤੋਂ ਬਾਅਦ ਗਵਰਨਰ ਜਨਰਲ ਦੀ ਪੋਸਟ ਹੀ ਖਤਮ ਕਰ ਦਿੱਤੀ ਗਈ ਸੀਗੀ। ਤਾਂ ਇਸ ਤਰ੍ਹਾਂ ਤੋਂ C ਰਾਜਾ ਗੋਪਾਲਾਚਾਰੀ ਜਿਹੜੇ ਸੀਗੇ, ਰਾਜਾ ਜੀ ਕਹਿੰਦੇ ਸੀ ਇਹਨਾਂ ਨੂੰ, ਤਾਂ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਅਤੇ ਜਿਹੜੇ CV ਰਮਨ ਸੀ ਵੀ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ ਫਿਜ਼ਿਕਸ ਦੇ ਵਿੱਚ 1930 ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ, ਜਿਵੇਂ ਹੁਣ ਪਹਿਲਾਂ ਦੇਖਿਆ ਸੀਗਾ ਕਿ 1954 ਦੇਖਿਆ ਸੀ ਆਪਾਂ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਲੇਟੈਸਟ ਮਿਲੇ ਨੇ, ਜਿਹੜੇ ਕਿ 2019 ਦੇ ਵਿੱਚ ਮਿਲੇ ਨੇ। ਇਹਦਾ ਮਤਲਬ ਆ ਕਿ 20 ਦੇ ਵਿੱਚ ਕਿਸੇ ਨੂੰ ਨਹੀਂ ਮਿਲਿਆ, ਅਤੇ ਆਹ ਜ਼ਰੂਰੀ ਵੀ ਨਹੀਂ ਹੈਗਾ ਕਿ ਹਰ ਸਾਲ ਦਿੱਤਾ ਜਾਵੇ ਕਿਸੇ ਨੂੰ। ਅਤੇ 19 ਦੇ ਵਿੱਚ ਦਿੱਤਾ ਗਿਆ ਸੀਗਾ ਪ੍ਰਣਬ ਮੁਖਰਜੀ ਨੂੰ। ਇਹ ਜਿਹੜੇ ਸੀਗੇ ਆਪਣੇ 13ਵੇਂ ਪ੍ਰੈਜ਼ੀਡੈਂਟ ਸੀਗੇ ਇੰਡੀਆ ਦੇ। ਉਹ ਤੋਂ ਗੱਲਬਾਤ ਕਰਦੇ ਹਾਂ ਆਪਾਂ। ਸੈਕਿੰਡ ਉਹ ਮਿਲਿਆ ਸੀਗਾ ਭੁਪੇਨ ਹਜ਼ਾਰਿਕਾ ਜੀ ਨੂੰ। ਅਸਮੀਜ਼ ਲੈਂਗੁਏਜ ਦੇ ਵਿੱਚ, ਯਾਨੀ ਕਿ ਅਸਾਮ ਦੀ ਜਿਹੜੀ ਲੈਂਗੁਏਜ ਹੈ ਅਸਮੀਜ਼, ਉਸ ਲੈਂਗੁਏਜ ਵਿੱਚ ਜਿਹੜਾ ਸੀਗਾ ਉਹਨਾਂ ਨੂੰ ਮਹਾਰਤ ਹਾਸਿਲ ਸੀਗੀ। ਅਤੇ ਤੀਜਾ ਮਿਲਿਆ ਸੀਗਾ ਨਾਨਾ ਜੀ ਦੇਸ਼ਮੁਖ ਜੀ ਨੂੰ। ਇਹਨਾਂ ਨੂੰ ਨਾਨਾ ਜੀ ਦੇਸ਼ਮੁਖ ਕਹਿੰਦੇ ਸੀ ਵੀ, ਹਾਲਾਂਕਿ ਇਹਨਾਂ ਦਾ ਪੂਰਾ ਨਾਂ ਜਿਹੜਾ ਸੀਗਾ ਉਹ ਚੰਦਿਕਾ ਦਾਸ ਅੰਮ੍ਰਿਤਾ ਰਾਓ ਦੇਸ਼ਮੁਖ ਸੀਗਾ। ਇਹ ਸੋਸ਼ਲ ਐਕਟੀਵਿਸਟ ਸੀਗੇ। ਤਾਂ ਹੁਣ ਗੱਲ ਕਰਦੇ ਹਾਂ ਆਪਾਂ 3 ਬੰਦਿਆਂ ਨੂੰ ਮਿਲ ਚੁੱਕਿਆ ਹੈਗਾ। ਦੈਟ ਮੀਨਸ ਫਸਟ ਟਾਈਮ ਕਿਹਨੂੰ ਮਿਲਿਆ ਸੀਗਾ ਅਤੇ ਰੀਸੈਂਟ ਕਿਹਨੂੰ ਮਿਲਿਆ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਕੁਐਸਚਨ ਦੀ। ਅਤੇ ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਰੈੱਡ ਬਟਨ 'ਤੇ ਕਲਿੱਕ ਕਰਕੇ। ਅਤੇ ਇਸ ਦੀ PDF ਜਿਹੜੀ ਤੁਹਾਨੂੰ ਮਿਲੇਗੀ ਟੈਲੀਗ੍ਰਾਮ 'ਤੇ। ਜੇਕਰ ਤੁਹਾਨੂੰ ਇਹਦੀ PDF ਚਾਹੀਦੀ ਹੈ ਤਾਂ ਤੁਹਾਨੂੰ ਟੈਲੀਗ੍ਰਾਮ 'ਤੇ ਹੀ ਮਿਲੇਗੀ, ਹੋਰ ਕਿਤੇ ਨਹੀਂ ਮਿਲੇਗੀ। ਤਾਂ ਤੁਸੀਂ ਟੈਲੀਗ੍ਰਾਮ 'ਤੇ ਜਾ ਕੇ ਲੈ ਸਕਦੇ ਹੋ। ਅਤੇ ਜੇਕਰ ਕੋਈ ਤੁਸੀਂ ਕੁਐਰੀ ਪੁੱਛਣਾ ਚਾਹੁੰਦੇ ਹੋ, ਕੋਈ ਕੁਐਸਚਨ ਹੈ ਤੁਹਾਡਾ, ਤਾਂ ਤੁਸੀਂ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਪੁੱਛ ਸਕਦੇ ਹੋ। ਤਿੰਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈਗਾ। ਕਿਉਂਕਿ ਕਈ ਵਾਰ ਕੀ ਹੁੰਦਾ ਬੱਚਾ ਜਿਹੜਾ ਕਮੈਂਟ ਦੇ ਵਿੱਚ ਨਹੀਂ ਪੁੱਛਦਾ ਹੈਗਾ, ਜਿਹੜੀ ਗੱਲ ਹੈ। ਜੇਕਰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਫੇਸਬੁੱਕ ਇੰਸਟਾਗ੍ਰਾਮ 'ਤੇ ਪੁੱਛ ਸਕਦੇ ਹੋ। ਅਤੇ ਇੱਕ ਛੋਟੀ ਜਿਹੀ ਗੱਲ ਹੋਰ ਕਰਨੀ ਸੀਗੀ ਕਿ ਯਾਰ ਹਾਲੇ ਵੀ ਜਿਹੜਾ ਸਬਸਕ੍ਰਾਈਬ ਅਤੇ ਨੋਟ ਸਬਸਕ੍ਰਾਈਬ ਦਾ ਰੇਸ਼ੋ ਹੈ ਨਾ, ਆਹੀ ਹੈ, ਲਗਭਗ 50-50 ਹੈਗਾ। ਦੈਟ ਮੀਨ ਜਿੰਨੇ ਬੱਚੇ ਵੀਡੀਓ ਦੇਖ ਰਹੇ ਨੇ ਸਬਸਕ੍ਰਾਈਬ ਸਾਰੇ ਨਹੀਂ ਕਰਦੇ ਹੈਗੇ। ਵੀ ਜੇਕਰ ਤੁਹਾਨੂੰ ਵੀਡੀਓ ਨਾਲ ਸੱਚੀ ਫਾਇਦਾ ਲੱਗਦਾ ਹੈਗਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਅਗਲਾ ਕੁਐਸਚਨ ਹੈ, ਹੂ ਇਜ਼ ਨੋਨ ਐਜ਼ ਲਾਫਿੰਗ ਗੈਸ, ਯਾਨੀ ਕਿ ਇਹਨਾਂ ਵਿੱਚੋਂ ਕਿਹਨੂੰ ਲਾਫਿੰਗ ਗੈਸ ਕਹਿੰਦੇ ਆ। ਮੋਸਟ ਇੰਪੋਰਟੈਂਟ ਅਤੇ ਬਹੁਤ ਹੀ ਪੋਪੂਲਰ ਕੁਐਸਚਨ ਹੈ। ਇਹ ਹੈਗਾ ਜੀ ਨਿਟਰਸ ਆਕਸਾਈਡ, ਜਿਹਨੂੰ ਕਿ ਆਪਾਂ ਫਾਰਮੂਲਾ ਵਾਈਜ਼ ਦੇਖੀਏ ਤਾਂ N2O ਕਰਾਂਗੇ। ਜੇਕਰ ਆਪਾਂ ਇਹਨੂੰ NO2 ਕਰ ਦਾਂਗੇ ਫਿਰ ਗੱਲ ਕੁਛ ਹੋਰ ਬਣ ਜਾਏਗੀ। ਕਿਉਂਕਿ ਜੇਕਰ ਆਪਾਂ NO2 ਕਰ ਦਾਂਗੇ ਨਾ ਇਹਨੂੰ, ਤਾਂ ਬੇਸਿਕਲੀ ਕੀ ਬਣ ਜਾਊਗਾ, ਨਾਈਟ੍ਰੋਜਨ ਡਾਈਆਕਸਾਈਡ ਬਣ ਜਾਊਗਾ, ਜੋ ਕਿ ਮੇਨਲੀ ਯੂਜ਼ ਕੀਤਾ ਜਾਂਦਾ ਹੈਗਾ ਫਰਟੀਲਾਈਜ਼ਰ ਦੇ ਵਿੱਚ। ਤਾਂ ਦੋਨਾਂ ਦੇ ਵਿੱਚ ਫਰਕ ਹੈਗਾ, ਆਹ 2 ਜਿਹੜਾ ਹੈਗਾ N ਤੋਂ ਬਾਅਦ ਹੀ ਆਊਗਾ। ਤਾਂ ਆਨਸਰ ਕੀ ਹੋ ਗਿਆ ਇਹਦਾ, ਆਪਸ਼ਨ ਨੰਬਰ A ਨਾਈਟਰਸ ਆਕਸਾਈਡ। ਬੇਸਿਕਲੀ ਆ ਐਨਸਥੈਟਿਕ ਯਾਨੀ ਕਿ ਪੇਨ ਰਿਡਿਊਸਿੰਗ ਇਫੈਕਟ ਲਈ ਵੀ ਦਿੱਤਾ ਜਾਂਦਾ ਹੈਗਾ। ਸਰਜਰੀ ਦੇ ਵਿੱਚ ਜਾਂ ਡੈਂਟਿਸਟ ਵੀ ਇਹਨੂੰ ਯੂਜ਼ ਕਰਦੇ ਨੇ ਤਾਂ ਕਿ ਇਹਨੂੰ ਪੇਨ ਘੱਟ ਹੋਵੇ ਇਹਨੂੰ ਦੇਣ ਤੋਂ ਬਾਅਦ। ਉਸ ਤੋਂ ਬਾਅਦ ਹੈ ਜਦੋਂ ਆਪਣੀ ਕੌਨਸਟੀਟਿਊਸ਼ਨ ਅਸੈਂਬਲੀ ਬਣੀ ਸੀਗੀ, ਤਾਂ ਜਦੋਂ ਦੀ ਫਸਟ ਮੀਟਿੰਗ ਹੋਈ ਸੀ ਉਹਦੇ ਵਿੱਚ ਜਿਹੜੀ ਚੇਅਰ ਸੀ, ਯਾਨੀ ਕਿ ਪ੍ਰਧਾਨਗੀ ਕਿਸ ਨੇ ਕੀਤੀ ਸੀਗੀ, ਕੌਣ ਉਸ ਮੀਟਿੰਗ ਦੇ ਪ੍ਰੈਜ਼ੀਡੈਂਟ ਸੀਗੇ। ਤਾਂ ਇਹਦਾ ਆਨਸਰ ਹੈਗਾ ਜੀ ਡਾਕਟਰ ਸਚਿਦਾਨੰਦ ਸਿਨਹਾ। ਜੇਕਰ ਮੈਂ ਗੱਲ ਕਰਾਂ ਡੀਪ ਦੇ ਵਿੱਚ, ਆਹ ਸੀਗੇ ਡਾਕਟਰ ਸਚਿਦਾਨੰਦ ਸਿਨਹਾ ਜੀ। ਅਤੇ ਇਹ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਬਣੇ ਸੀਗੇ ਉਹ ਸੀਗੇ ਰਾਜਿੰਦਰ ਪ੍ਰਸਾਦ, ਯਾਨੀ ਕਿ ਜਿਹੜੇ ਟੈਂਪਰੇਰੀ ਚੇਅਰਮੈਨ ਸੀਗੇ ਉਹ ਸੀਗੇ ਡਾਕਟਰ ਸਚਿਦਾਨੰਦ ਸਿਨਹਾ। ਬਾਅਦ ਦੇ ਵਿੱਚ ਇਹਨਾਂ ਨੂੰ ਹਟਾ ਕੇ ਪ੍ਰੈਜ਼ੀਡੈਂਟ ਜਿਹੜੇ ਬਣਾਏ ਸੀ ਡਾਕਟਰ ਰਾਜਿੰਦਰ ਪ੍ਰਸਾਦ ਬਣਾ ਦਿੱਤੇ ਸੀਗੇ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਪ੍ਰੈਜ਼ੀਡੈਂਟ ਕੌਣ ਸੀਗੇ ਕੌਨਸਟੀਟਿਊਸ਼ਨ ਅਸੈਂਬਲੀ ਦੇ, ਤਾਂ ਉਹ ਰਾਜਿੰਦਰ ਪ੍ਰਸਾਦ ਹੀ ਸੀਗੇ, ਕਿਉਂਕਿ ਜਿਹੜੀ ਸਿਰਫ ਫਸਟ ਮੀਟਿੰਗ ਦੀ ਚੇਅਰ ਕੀਤੀ ਸੀਗੀ ਇਹਨਾਂ ਨੇ, ਤਾਂ ਹੀ ਇਹਨਾਂ ਨੂੰ ਟੈਂਪਰੇਰੀ ਚੇਅਰਮੈਨ ਵੀ ਕਿਹਾ ਜਾਂਦਾ ਹੈ। ਅਤੇ ਵਾਈਸ ਪ੍ਰੈਜ਼ੀਡੈਂਟ ਕੌਣ ਸੀਗੇ, ਉਹ ਸੀਗੇ ਹਰਿੰਦਰ ਕੁਮਾਰ ਮੁਖਰਜੀ, ਯਾਨੀ ਕਿ HC ਮੁਖਰਜੀ। ਵਾਈਸ ਪ੍ਰੈਜ਼ੀਡੈਂਟ ਵੀ ਕਈ ਵਾਰ ਪੁੱਛ ਲੈਂਦੇ ਨੇ। ਚਲੋ ਅੱਜ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਜੀ। ਵੈਸੇ ਤਾਂ ਮੈਂ ਕੁਐਸਚਨ ਬਹੁਤ ਹੀ ਰੇਅਰ ਪੁੱਛਦਾ ਹੁੰਦਾ, ਲੇਕਿਨ ਅੱਜ ਮੈਂ ਤੁਹਾਨੂੰ ਕੁਐਸਚਨ ਪੁੱਛਦਾ ਹਾਂ ਕਿ ਜਿਹੜੇ ਆਪਣੀ ਲੋਕ ਸਭਾ ਹੈ ਨਾ, ਉਸ ਦੇ ਸਪੀਕਰ ਬਾਰੇ ਤਾਂ ਆਪਾਂ ਗੱਲ ਕੀਤੀ ਸੀਗੀ, ਉਹਦੇ ਵਾਈਸ ਸਪੀਕਰ ਕੌਣ ਨੇ ਬਾਈ? ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਅੰਦਰ ਦੱਸਿਓ। ਨੈਕਸਟ ਆਪਣਾ ਕੁਐਸਚਨ ਜਿਹੜਾ ਸਾਇੰਸ ਦਾ ਹੈਗਾ ਕਿ ਜਿਹੜੇ ਹੈਲੋਜਨਸ ਹੁੰਦੇ ਨੇ ਉਹਨਾਂ ਵਿੱਚੋਂ ਮੋਸਟ ਰਿਐਕਟਿਵ ਹੈਲੋਜਨ ਕਿਹੜਾ ਹੈਗਾ। ਹੁਣ ਹੈਲੋਜਨ ਕੀ ਹੈ, ਜਿਨ੍ਹਾਂ ਦਾ ਬੈਕਗਰਾਊਂਡ ਸਾਇੰਸ ਨਹੀਂ ਰਿਹਾ ਉਹਨਾਂ ਲਈ ਕੁਐਸਚਨ ਜਿਹੜਾ ਥੋੜ੍ਹਾ ਜਿਹਾ ਉੱਪਰੋਂ ਦੀ ਜਾਊਗਾ, ਲੇਕਿਨ ਮੈਂ ਫਿਰ ਵੀ ਕੋਸ਼ਿਸ਼ ਕਰਦਾ ਕਿ ਇਹਨੂੰ ਸਮਝਾਵਾਂ ਜੇਕਰ ਜਿਨ੍ਹਾਂ ਦਾ ਸਾਇੰਸ ਬੈਕਗਰਾਊਂਡ ਨਹੀਂ ਸੀਗਾ। ਆਹ ਜਿਹੜਾ ਪੀਰੀਓਡਿਕ ਟੇਬਲ ਹੈ ਇਹਦੇ ਵਿੱਚ ਬੇਸਿਕਲੀ ਜਿਹੜੇ 7 ਜਿਹੜੇ ਨੇ ਪੀਰੀਅਡ ਨੇ ਅਤੇ 18 ਜਿਹੜੇ ਨੇ ਗਰੁੱਪ ਨੇ। ਅਤੇ ਜਿਹੜਾ 18ਵਾਂ ਗਰੁੱਪ ਹੈ ਇਹ ਬੇਸਿਕਲੀ ਕੀ ਹੈ, ਅਨਰਿਐਕਟਿਵ ਹੈ। ਅਨਰਿਐਕਟਿਵ ਹੈ ਜਾਂ ਫਿਰ ਦੂਜੇ ਸ਼ਬਦਾਂ ਵਿੱਚ ਮੈਂ ਕਹਾਂ ਕਿ ਆਹ ਸਟੇਬਲ ਹੈਗਾ, ਕਿਉਂਕਿ ਇਹਨਾਂ ਦੇ ਜਿਹੜੇ ਆਊਟਰ ਮੋਸਟ ਸ਼ੈੱਲ ਨੇ ਉਹਨਾਂ ਦੇ ਵੀ ਜਿਹੜੇ ਨੰਬਰ ਆਫ ਇਲੈਕਟ੍ਰੋਨਸ ਨੇ ਉਹ ਕੰਪਲੀਟ ਨੇ।
ਜਿਵੇਂ ਮੈਂ ਗੱਲ ਕਰਾਂ, ਜਿਵੇਂ ਜਾਂ ਤਾਂ 2 ਹੋਣ, 8 ਹੋਣ ਜਾਂ 8 ਹੋਣ, ਇੱਦਾਂ, ਕਿਉਂਕਿ ਇਹਦੇ 2 ਹੀ ਨੇ ਤਾਂ ਆਊਟਰ ਮੋਸਟ ਸ਼ੈਲ ਕੰਪਲੀਟਲੀ ਫਿਲ ਹੈ। ਇਹਦੇ 10 ਨੇ, ਦੈਟ ਮੀਨਸ ਪਹਿਲੇ ਦੇ ਵਿੱਚ 2 ਨੇ, ਦੂਜੇ ਦੇ ਵਿੱਚ 8 ਨੇ, ਤਾਂ ਦੈਟ ਮੀਨਸ ਕੰਪਲੀਟਲੀ ਫਿਲ ਹੈ ਲਾਸਟ ਵਾਲਾ। ਇਹ 'ਚ 18 ਨੇ ਤਾਂ 2 8 8 ਹੋ ਜਾਣਗੇ। ਚਲੋ ਆਪਾਂ ਜ਼ਿਆਦਾ ਡੀਪ ਦੇ ਵਿੱਚ ਨਹੀਂ ਜਾਂਦੇ ਆ, ਬਸ ਇਹ ਦੱਸ ਦਿੰਦਾ ਕਿ ਆ ਜਿਹੜੇ ਨੇ ਆ ਸਟੇਬਲ ਗੈਸ ਨੇ। ਅਤੇ ਜਿਹੜਾ ਹੈਲੋਜਨ ਹੈ ਉਹ ਯੈਲੋ ਵਾਲਾ ਹੈ ਜੀ। ਆਹ ਯਾਨੀ ਕਿ ਇਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ ਨਾ ਕਿੰਨੇ ਨੇ, 2 ਨੇ, 7 ਨੇ। ਹੁਣ ਇਹਨੂੰ ਆਪਣਾ ਆਊਟਰ ਮੋਸਟ ਸ਼ੈਲ ਕੰਪਲੀਟ ਕਰਨ ਲਈ ਇੱਕ ਇਲੈਕਟ੍ਰੋਨ ਦੀ ਜ਼ਰੂਰਤ ਹੈ, ਤਾਂ ਇਹ ਜਿਹੜਾ ਹੈ ਰਿਐਕਟਿਵ ਕੀ ਕਰੂਗਾ, ਜ਼ਿਆਦਾ ਕਰੂਗਾ। ਤਾਂ ਇਹ ਜੋ ਹੈ ਇੱਕ ਇਲੈਕਟ੍ਰੋਨ ਜਿਹੜਾ ਹੈ ਬਹੁਤ ਹੀ ਜਲਦੀ ਰਿਐਕਟ ਕਰਕੇ ਗੇਨ ਕਰ ਲੂਗਾ ਅਤੇ ਸਟੇਬਲ ਹੋਣ ਦੀ ਕੋਸ਼ਿਸ਼ ਕਰੂਗਾ। ਅਤੇ ਜੇਕਰ ਮੈਂ ਇਹਨਾਂ ਸਾਰੇ ਦੇ ਵਿੱਚ ਗੱਲ ਕਰਾਂ, ਸਭ ਨੂੰ ਇੱਦਾਂ ਦਾ ਹੀ ਹੈ ਵੀ ਸਭ ਨੂੰ ਇੱਕ ਇਲੈਕਟ੍ਰੋਨ ਚਾਹੀਦਾ ਹੈਗਾ ਸਟੇਬਲ ਹੋਣ ਲਈ, ਲੇਕਿਨ ਇਹਦਾ ਸਾਈਜ਼ ਨਾ ਛੋਟਾ ਹੈਗਾ, ਸਭ ਤੋਂ ਛੋਟਾ ਫਲੋਰੀਨ ਦਾ ਸਾਈਜ਼ ਹੈ। ਤਾਂ ਉਹ ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਰਿਐਕਟਿਵ ਕਰਦਾ ਹੈ। ਦੈਟ ਮੀਨਸ ਆਪਣਾ ਕੁਐਸਚਨ ਆਨਸਰ ਹੋ ਗਿਆ ਆਪਸ਼ਨ ਨੰਬਰ ਏ, ਫਲੋਰੀਨ। ਮੈਂ ਕੋਸ਼ਿਸ਼ ਕਰਦਾ ਹਾਂ ਵੀ ਤੁਸੀਂ ਸਮਝ ਆ ਗਿਆ ਹੋਣਾ ਕੁਐਸਚਨ ਤੁਹਾਡਾ। ਜਿਹੜਾ ਜੇ ਨਹੀਂ ਆਉਂਦਾ ਹੈਗਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ। ਮੈਂ ਕਦੇ ਜਦੋਂ ਨੈਕਸਟ ਵੀਡੀਓ ਬਣਾਵਾਂਗਾ ਤਾਂ ਜਿਹੜੇ ਡਾਊਟ ਨੇ ਉਹ ਵੀ ਦੂਰ ਕਰ ਦਾਂਗਾ ਅਤੇ ਨਵੀਂ ਚੀਜ਼ਾਂ ਵੀ ਪੜ੍ਹਾਵਾਂਗਾ। ਉਸ ਤੋਂ ਬਾਅਦ ਹੈਗਾ ਦ ਫਸਟ ਵੂਮਨ ਟੂ ਗੈਟ ਭਾਰਤ ਰਤਨ ਅਵਾਰਡ ਇਜ਼, ਯਾਨੀ ਕਿ ਜਿਹੜਾ ਭਾਰਤ ਰਤਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਕੌਣ ਸੀਗੀ। ਪਿਛਲੇ ਕੁਐਸਚਨ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਮਰਨ ਉਪਰੰਤ ਕਿਹਨੂੰ ਪਹਿਲੀ ਵਾਰ ਮਿਲਿਆ ਸੀਗਾ। ਆਹ ਨੇ ਕਿ ਪਹਿਲੀ ਮਹਿਲਾ ਕੌਣ ਹੈ ਜਿਹਨੂੰ ਮਿਲਿਆ ਸੀਗਾ। 4 ਆਪਸ਼ਨ ਦਿੱਤੇ ਆ। ਹਾਲਾਂਕਿ ਜਿਹੜੀ ਕਨਫਿਊਜ਼ਨ ਹੈ ਨਾ ਜੀ, ਇਹਨਾਂ ਦੋਨਾਂ ਨਾਮ ਦੇ ਵਿੱਚ ਹੀ ਰਹਿੰਦੀ ਹੈ ਕਿ ਮਦਰ ਟੈਰੇਸਾ ਨੂੰ ਮਿਲਿਆ ਸੀ ਜਾਂ ਇੰਦਰਾ ਗਾਂਧੀ ਜੀ ਨੂੰ ਮਿਲਿਆ ਸੀਗਾ, ਕਿਉਂਕਿ ਲਤਾ ਮੰਗੇਸ਼ਕਰ ਨੂੰ ਤਾਂ ਬਹੁਤ ਬਾਅਦ ਵਿੱਚ ਮਿਲਿਆ ਸੀਗਾ। ਜਦੋਂ ਇੰਦਰਾ ਗਾਂਧੀ ਨੂੰ ਮਿਲਿਆ ਸੀ ਭਾਰਤ ਰਤਨ, ਤਾਂ ਉਸ ਟਾਈਮ 'ਤੇ ਖੁਦ ਉਹ ਪ੍ਰਾਈਮ ਮਿਨਿਸਟਰ ਸੀਗੀ, ਜਿਵੇਂ ਜਵਾਹਰ ਲਾਲ ਨਹਿਰੂ ਸੀਗਾ ਵੀਰੇ। ਯਾਨੀ ਕਿ ਜਵਾਹਰ ਲਾਲ ਨਹਿਰੂ ਨੂੰ ਭਾਰਤ ਰਤਨ ਮਿਲਿਆ ਸੀਗਾ ਜਦੋਂ ਉਹ ਖੁਦ ਪ੍ਰਾਈਮ ਮਿਨਿਸਟਰ ਸੀਗੇ, ਯਾਨੀ ਕਿ ਖੁਦ ਦੀ ਸਰਕਾਰ ਨੇ ਹੀ ਖੁਦ ਨੂੰ ਦਿੱਤਾ ਸੀਗਾ। ਉਵੇਂ ਹੀ ਇੰਦਰਾ ਗਾਂਧੀ ਨੇ, ਉਹਨਾਂ ਦੀ ਸਰਕਾਰ ਸੀਗੀ ਖੁਦ ਨੂੰ, ਕਿਉਂਕਿ ਸਰਕਾਰ ਹੀ ਡਿਸਾਈਡ ਕਰਦੀ ਹੈ ਕਿ ਕਿਹਨੂੰ ਦੇਣਾ ਹੈਗਾ। ਕਿਉਂਕਿ 66 to 77, ਯਾਨੀ ਕਿ ਜੇ ਮੈਂ ਗੱਲ ਕਰਾਂ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਮੌਤ ਤੋਂ ਬਾਅਦ ਆਹੀ ਪ੍ਰਾਈਮ ਮਿਨਿਸਟਰ ਸੀਗੇ ਆਪਣੇ 77 ਤੱਕ। ਫਿਰ 80 ਤੋਂ ਲੈ ਕੇ 1984 ਤੱਕ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਬਲੂ ਸਟਾਰ ਹੋਣ ਤੋਂ ਬਾਅਦ ਜੋ ਸੀਗਾ ਉਹਨਾਂ ਦੇ ਇੱਕ ਬੋਡੀਗਾਰਡ ਨੇ ਉਹਨੂੰ ਗੋਲੀ ਮਾਰੀ ਸੀਗੀ, ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਬਾਰੇ। ਤਾਂ 84 ਦੇ ਵਿੱਚ ਉਹ ਜਿਹੜੇ ਸੀਗੇ, ਮਤਲਬ ਕਿ 80 ਤੋਂ 84 ਤੱਕ, 66 ਤੋਂ 77 ਤੱਕ ਜਿਹੜਾ ਹੈ ਉਹ ਆਪਣੇ ਪ੍ਰਾਈਮ ਮਿਨਿਸਟਰ ਰਹੇ ਸੀਗੇ। ਅਤੇ ਜਿਹੜੇ ਮਦਰ ਟੈਰੇਸਾ ਸੀਗੇ ਵੀ ਉਹਨਾਂ ਨੂੰ 1980 ਦੇ ਵਿੱਚ ਮਿਲਿਆ ਸੀਗਾ। ਦੇਖ ਲਓ ਤੁਸੀਂ, ਇਹਨਾਂ ਨੂੰ 71 ਦੇ ਵਿੱਚ, ਇਹਨਾਂ ਨੂੰ 80 ਦੇ ਵਿੱਚ, ਅਤੇ ਲਤਾ ਮੰਗੇਸ਼ਕਰ ਨੂੰ 2001 ਦੇ ਵਿੱਚ। ਬੇਸਿਕਲੀ ਇੰਦਰਾ ਗਾਂਧੀ ਨੂੰ ਵੀ ਆਇਰਨ ਲੇਡੀ ਆਫ ਇੰਡੀਆ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਹੈਗਾ। ਪ੍ਰਾਈਮ ਮਿਨਿਸਟਰ ਦਾ ਜਿਹੜਾ ਟੈਨਿਓਰ ਸੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹੈਗਾ। ਅਤੇ ਦੂਜੀ ਗੱਲ ਜਿਹੜੀ ਹੈਗੀ ਹੈ, ਬੰਗਲਾਦੇਸ਼ ਬਣਾਉਣ ਵਿੱਚ ਨਾ ਵੀ ਉਹਨਾਂ ਦਾ ਬਹੁਤ ਵੱਡਾ ਸਪੋਰਟ ਸੀਗਾ, ਕਿਉਂਕਿ ਜਿਹੜਾ ਬੰਗਲਾਦੇਸ਼ ਲਿਬਰੇਸ਼ਨ ਵੋਰ ਚੱਲ ਰਿਹਾ ਸੀਗਾ 71 ਦੇ ਵਿੱਚ, ਕਿਉਂਕਿ ਉਸ ਟਾਈਮ ਤਾਂ ਪਾਕਿਸਤਾਨ ਦਾ ਪਾਰਟੀ ਹੋਇਆ ਕਰਦਾ, ਉਹਨੂੰ ਅੱਡ ਕੀਤਾ ਸੀਗਾ, ਅਤੇ ਉਹਨਾਂ ਨੇ ਖੁਦ ਨੂੰ ਹੀ ਜਿਹੜਾ ਸੀਗਾ ਇਹ ਰਤਨ ਦਿੱਤਾ। 1980 ਦੇ ਵਿੱਚ ਮਦਰ ਟੈਰੇਸਾ ਬਾਰੇ ਤੁਸੀਂ ਜਾਣਦੇ ਹੋ ਜੀ, ਉਹਨਾਂ ਨੂੰ ਮਿਲਿਆ। ਤਾਂ ਆਪਣਾ ਆਨਸਰ ਕੀ ਹੈਗਾ ਜੀ, ਇੰਦਰਾ ਗਾਂਧੀ। ਨੈਕਸਟ ਹੈ ਹੂ ਇਜ਼ ਰਿਗਾਰਡਡ ਐਜ਼ ਦ ਮਦਰ ਆਫ ਇੰਡੀਅਨ ਰੈਵੋਲਿਊਸ਼ਨ, ਯਾਨੀ ਕਿ ਭਾਰਤ ਦੀ ਜਿਹੜੀ ਕ੍ਰਾਂਤੀ ਸੀਗੀ ਉਹਦੇ ਮਦਰ ਯਾਨੀ ਕਿ ਮਾਂ ਬਾਰੇ ਕਿਹਨੂੰ ਜਾਣਿਆ ਜਾਂਦਾ ਹੈਗਾ। ਤਾਂ ਉਹਨਾਂ ਦਾ ਨਾਮ ਹੈਗਾ ਜੀ ਭੀਕਾਜੀ ਰੁਸਤਮ ਕਾਮਾ। ਇਹਨਾਂ ਬਾਰੇ ਮੈਂ ਵੀ ਤੁਹਾਨੂੰ ਥੋੜ੍ਹਾ ਡਿਟੇਲ ਦੇ ਵਿੱਚ ਦੱਸਦਾ, ਕਿਉਂਕਿ 85 ਦੇ ਵਿੱਚ ਜਿਹੜੇ ਸੀਗੇ, ਕਿਉਂਕਿ ਇਹਨਾਂ ਦਾ ਨਾਮ ਤਾਂ ਸੀਗਾ ਭੀਕਾਜੀ ਕਾਮਾ ਸੀਗਾ। ਇਹਨਾਂ ਦੀ ਜਿਹੜੀ ਮੈਰਿਜ ਹੋਈ ਸੀਗੀ ਉਹ ਰੁਸਤਮ ਕਾਮਾ ਦੇ ਨਾਲ ਹੋਈ ਸੀ, ਯਾਨੀ ਕਿ ਪਾਰਸੀ ਫੈਮਿਲੀ ਦੇ ਵਿੱਚ ਇਹਨਾਂ ਦੀ ਜਿਹੜੀ ਸੀਗੀ, ਮਤਲਬ ਪਾਰਸੀ ਕਮਿਊਨਿਟੀ ਤੋਂ ਜਿਹੜੇ ਆ ਬਿਲੋਂਗ ਕਰਦੇ ਸੀਗੇ। ਅਤੇ ਬੇਸਿਕਲੀ ਜਿਹੜਾ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ, ਕਿਉਂਕਿ ਇੰਡੀਆ ਦੇ ਵਿੱਚ ਤਾਂ ਇਹਨਾਂ ਨੇ ਜਿਹੜਾ ਰੈਵੋਲਿਊਸ਼ਨ ਸੀ ਉਹਨੂੰ ਲੀਡ ਕੀਤਾ ਹੀ ਕੀਤਾ, ਕਿਉਂਕਿ ਜਦੋਂ ਬਾਅਦ ਦੇ ਵਿੱਚ ਇਹ ਇੰਡੀਆ ਛੱਡ ਕੇ ਚਲੇ ਗਏ ਸੀਗੇ ਤਾਂ ਇਹਨਾਂ ਨੇ ਅਮਰੀਕਾ ਅਤੇ ਯੂਰਪ ਦੇ ਵਿੱਚ ਵੀ ਜਿਹੜਾ ਇੰਡੀਆ ਰੈਵੋਲਿਊਸ਼ਨ ਸੀਗਾ, ਕਿਉਂਕਿ ਇੰਡੀਆ ਜਿਹੜਾ ਰੈਵੋਲਿਊਸ਼ਨ ਸੀ ਵੀ ਸਿਰਫ ਇੰਡੀਆ 'ਚ ਹੀ ਨਹੀਂ ਸੀਗਾ, ਉਹ ਹੋਰ ਵੀ ਬਹੁਤ ਸਾਰੀ ਕੰਟਰੀਆਂ ਦੇ ਵਿੱਚ ਹੋ ਰਿਹਾ ਸੀਗਾ, ਤਾਂ ਕਿ ਵਰਲਡ ਨੂੰ ਪਤਾ ਲੱਗੇ ਕਿ ਐਕਚੁਅਲੀ ਇੰਡੀਆ ਫੇਸ ਕੀ ਕਰ ਰਿਹਾ ਹੈਗਾ। ਯਾਨੀ ਕਿ ਬ੍ਰਿਟਿਸ਼ ਜਿਹੜੇ ਨੇ ਰਾਜ ਤਾਂ ਕਰ ਹੀ ਨਹੀਂ ਰਹੇ, ਪਰ ਤੰਗ ਕਿੰਨਾ ਕਰ ਰਹੇ ਨੇ, ਕਿੰਨਾ ਲੁੱਟ ਰਹੇ ਨੇ, ਉਹ ਦੁਨੀਆ ਨੂੰ ਨਹੀਂ ਪਤਾ ਸੀਗਾ। ਤਾਂ ਇਸ ਬਾਰੇ ਵੀ ਜਿਹੜਾ ਸੀਗਾ ਬਹੁਤ ਜ਼ਿਆਦਾ ਇਹਨਾਂ ਨੇ ਪ੍ਰਚਾਰ ਕੀਤਾ ਸੀਗਾ। ਅਤੇ 1907 ਦੇ ਵਿੱਚ ਇਹਨਾਂ ਨੇ ਜਰਮਨੀ ਸਟਟਗਾਰਡ ਦੇ ਵਿੱਚ ਇੰਡੀਅਨ ਨੈਸ਼ਨਲ ਫਲੈਗ ਵੀ ਫੈਲਾਇਆ ਸੀਗਾ, ਯਾਨੀ ਕਿ ਫਹਿਰਾਇਆ ਸੀਗਾ ਆਪਣਾ ਝੰਡਾ ਜਿਹੜਾ ਸੀਗਾ। ਅਤੇ ਜਦੋਂ ਆਪਾਂ ਝੰਡੇ ਦੀ ਗੱਲ ਕਰਦੇ ਹਾਂ ਨਾ, ਤਾਂ ਆਪਾਂ ਛੋਟੀ ਜਿਹੀ ਗੱਲ ਦੇਖ ਲੈਂਦੇ ਹਾਂ, ਜਿਹੜਾ ਆਪਣਾ ਝੰਡੇ ਦਾ ਡਿਜ਼ਾਈਨ ਸੀਗਾ, ਸ਼ੇਪ ਸੀਗੀ, ਉਹ ਕਿੱਦਾਂ ਬਦਲਦੀ ਰਹੀ ਸੀਗੀ। 1906 ਵਿੱਚ ਕਿੱਦਾਂ ਸੀਗਾ, 7 ਵਿੱਚ ਕਿੱਦਾਂ ਸੀਗਾ, 17, 21, 31, ਅਤੇ ਜਿਹੜਾ ਅੱਜ ਆਪਾਂ ਝੰਡਾ ਯੂਜ਼ ਕਰ ਰਹੇ ਹਾਂ ਵੀ, ਉਹ ਆਹ ਜਿਹੜਾ ਹੈਗਾ ਆਪਣਾ ਰਾਸ਼ਟਰੀ ਫਲੈਗ ਹੈਗਾ ਇਸ ਟਾਈਮ 'ਤੇ। ਅਤੇ ਇਹ ਡਿਜ਼ਾਈਨ ਕਿਹਨੇ ਕੀਤਾ ਸੀਗਾ ਜੀ, ਆਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਹੈਗਾ। ਆਹ ਡਿਜ਼ਾਈਨ ਕੀਤਾ ਸੀਗਾ ਜੀ ਪਿੰਗਲੀ ਵੈਂਕਈਆ ਨੇ। ਤਾਂ ਬਹੁਤ ਵਾਰ ਪੁੱਛਿਆ ਤਾਂ ਇੰਪੋਰਟੈਂਟ ਕੁਐਸਚਨ ਹੈ, ਧਿਆਨ ਰੱਖਿਓ ਇਸ ਗੱਲ ਬਾਰੇ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ pH ਵੈਲਿਊ ਹੁੰਦੀ ਹੈ ਉਹ ਕਿਸ ਚੀਜ਼ ਬਾਰੇ ਆਪਾਂ ਨੂੰ ਦੱਸਦੀ ਹੈ। ਜਿਹੜੀ pH ਵੈਲਿਊ ਹੈ ਬੇਸਿਕਲੀ ਉਹ ਕੀ ਹੈ ਕਿ ਪਾਵਰ ਆਫ ਹਾਈਡਰੋਜਨ ਹੈ। ਕਿਸੇ ਵੀ ਸੋਲੂਸ਼ਨ ਨੂੰ ਚੈੱਕ ਕਰਦਾ ਹੈਗਾ ਕਿ ਉਹਦਾ ਬਿਹੇਵੀਅਰ ਜਿਹੜਾ ਹੈਗਾ ਉਹ ਐਸਿਡਿਕ ਹੈ ਜਾਂ ਬੇਸਿਕ ਹੈ, ਯਾਨੀ ਕਿ ਕੋਈ ਵੀ ਸੋਲੂਸ਼ਨ ਜਿਹੜਾ ਐਸਿਡ ਹੈ ਜਾਂ ਬੇਸ ਹੈ,
ਤੇ ਕਰਦਾ ਕੀ ਆ, ਬੇਸਿਕਲੀ ਇੱਕ ਸਕੇਲ ਤੇ ਚੱਲਦਾ ਹੈਗਾ ਜਿਹੜਾ 0 to 14 ਤੱਕ ਜਾਂਦਾ ਹੈਗਾ। ਤੇ ਜਿਹੜਾ 7 ਹੈ ਉਹ ਨਿਊਟਰਲ ਹੁੰਦਾ ਹੈਗਾ, ਯਾਨੀ ਕਿ ਉਹ ਨਾ ਤਾਂ ਐਸਿਡ ਹੈ ਨਾ ਬੇਸ ਹੈ, ਉਹ ਨਿਊਟਰਲ ਹੈ। ਤੇ ਜਿਹੜਾ 7 ਤੋਂ ਥੱਲੇ ਹੈ ਜੀ ਉਹ ਐਸਿਡ ਹੈਗਾ, ਜਿਵੇਂ ਲੈਮਨ ਜੂਸ ਹੈ ਉਹ ਐਸਿਡ ਹੀ ਹੈਗਾ, ਇਨਕੇ ਉਹਦੀ ਐਸਿਡਿਟੀ ਜਿਹੜੀ ਹੈਗੀ ਹੈ 2 ਹੈ, ਪੁੱਛ ਲੈਂਦੇ ਕਈ ਵਾਰੀ। ਤੇ ਜੇ ਆਪਾਂ 7 ਤੋਂ ਉੱਪਰ ਜਾਂਦੇ ਰਹਿੰਦੇ ਹਾਂ 14 ਤੱਕ, ਤਾਂ ਆਪਾਂ ਬੇਸ ਬਾਰੇ ਗੱਲ ਕਰਦੇ ਰਹਿੰਦੇ ਹਾਂ। ਜਿਵੇਂ ਜਿਵੇਂ ਸਕੇਲ ਉੱਪਰ ਜਾਂਦਾ ਰਹੇਗਾ ਦੈਟ ਮੀਨਸ ਉਹ ਸਟਰੋਂਗ ਬੇਸ ਹੈਗਾ, ਜਿਵੇਂ ਜਿਵੇਂ 7 ਤੋਂ ਥੱਲੇ ਆਉਂਦੇ ਰਹਾਂਗੇ, ਬਿਲਕੁਲ ਥੱਲੇ ਆਉਂਦੇ ਰਹਾਂਗੇ, ਦੈਟ ਮੀਨਸ ਉਹ ਸਟਰੋਂਗ ਐਸਿਡ ਹੈਗਾ। ਤਾਂ ਆਨਸਰ ਕੀ ਹੋ ਗਿਆ ਇਸ ਹਿਸਾਬ ਨਾਲ ਆਪਣਾ ਆਪਸ਼ਨ ਨੰਬਰ ਬੀ, ਐਨਾਲਾਈਜ਼ਿੰਗ ਦਾ ਨੇਚਰ ਆਫ ਸੋਲਿਊਸ਼ਨ, ਐਸਿਡਿਕ ਹੈ ਜਾਂ ਬੇਸਿਕ ਹੈ। ਨੈਕਸਟ ਗੱਲ ਕਰਦੇ ਹਾਂ, ਜਦੋਂ ਆਪਾਂ ਅਵਾਰਡਸ ਦੀ ਗੱਲ ਕਰ ਰਹੇ ਹਾਂ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਦਾਦਾ ਸਾਹਿਬ ਫਾਲਕੇ ਅਵਾਰਡ ਦੀ। ਜਿਹੜੀ ਫਸਟ ਲੇਡੀ ਰੈਸੀਪੀਐਂਟ ਸੀਗੀ, ਯਾਨੀ ਕਿ ਜਿਹੜੀ ਪਹਿਲੀ ਮਹਿਲਾ ਸੀਗੀ ਜਿਹਨੂੰ ਇਹ ਅਵਾਰਡ ਮਿਲਿਆ ਸੀਗਾ, ਉਹ ਕਿਹੜੇ ਸੀਗੇ? ਜਿਵੇਂ ਭਾਰਤ ਰਤਨ ਆਪਣਾ ਇੰਡੀਆ ਦਾ ਹਾਈਐਸਟ ਸਿਵੀਲੀਅਨ ਅਵਾਰਡ ਹੈ, ਉੱਦਾਂ ਹੀ ਦਾਦਾ ਸਾਹਿਬ ਫਾਲਕੇ ਅਵਾਰਡ ਜਿਹੜਾ ਹੈਗਾ ਇੰਡੀਆ ਦਾ ਹਾਈਐਸਟ ਅਵਾਰਡ ਹੈਗਾ ਜੇ ਮੈਂ ਗੱਲ ਕਰਾਂ ਸਿਨੇਮਾ ਦੇ ਵਿੱਚ। ਤੇ ਇਸ ਕੁਐਸਚਨ ਦਾ ਆਨਸਰ ਕੀ ਹੋਏਗਾ ਜੀ? ਦੇਵਿਕਾ ਰਾਣੀ, ਆਪਸ਼ਨ ਨੰਬਰ ਸੀ। ਫਸਟ ਮਿਲਿਆ ਸੀਗਾ 1969 ਦੇ ਵਿੱਚ, ਤੇ ਜਿਹੜਾ ਲਾਸਟ ਮਿਲਿਆ ਯਾਨੀ ਕਿ ਰੀਸੈਂਟ ਮਿਲਿਆ ਹੈ ਜੀ ਉਹ 2018 ਦੇ ਵਿੱਚ ਮਿਲਿਆ ਹੈਗਾ ਅਮਿਤਾਭ ਬੱਚਨ ਜੀ ਨੂੰ। ਪੁੱਛ ਸਕਦੇ ਨੇ, ਰੀਸੈਂਟ ਵੀ ਆਪਾਂ ਨੂੰ ਯਾਦ ਰੱਖਣਾ ਜਿਹੜੇ ਅਵਾਰਡ ਨੇ ਨਾ, ਕਿ ਫਸਟਲੀ ਕਿਹਨੂੰ ਮਿਲਿਆ ਤੇ ਲਾਸਟ ਦੇ ਵਿੱਚ ਕਿਹਨੂੰ ਮਿਲਿਆ। ਪ੍ਰੋਬੇਬਲੀ ਚਾਂਸ ਰਹਿੰਦੇ ਨੇ ਪੁੱਛ ਲਿੱਤੇ ਜਾਂਦੇ ਨੇ ਇਹਦਾ ਦੇ ਕੁਐਸਚਨ। ਉਸ ਤੋਂ ਬਾਅਦ ਹੈਗਾ ਜਿਹੜੀ ਆਪਣੀ ਕੌਨਸਟੀਟਿਊਸ਼ਨ ਅਸੈਂਬਲੀ ਸੀਗੀ, ਉਹਨੇ ਆਪਣਾ ਕੌਨਸਟੀਟਿਊਸ਼ਨ ਬਣਾਉਣ ਦੇ ਵਿੱਚ ਕਿੰਨਾ ਟਾਈਮ ਲਿੱਤਾ ਸੀਗਾ? ਜੇ ਮੈਂ ਇਹਦੀ ਗੱਲ ਕਰਾਂ ਨਾ, ਕਾਫੀ ਕਨਫਿਊਜ਼ਿੰਗ ਸਟੇਟਮੈਂਟ ਹੈ, ਲੇਕਿਨ ਇਹਦਾ ਆਨਸਰ ਪਤਾ ਕੀ ਹੈ? 3 ਸਾਲ। ਕੁਛ ਨਹੀਂ ਕਰਨਾ, 3 ਸਾਲ ਤੋਂ ਨਾ ਸਿਰਫ 12 ਦਿਨ ਘਟਾ ਦੇਣੇ ਆ। ਕੀ ਆ ਜਾਊਗਾ ਆਪਣੇ ਕੋਲ? 2 ਸਾਲ 11 ਮਹੀਨੇ ਤੇ 18 ਦਿਨ। ਇੱਥੇ 12 ਦਿਨ ਮੈਂ ਇਸ ਲਈ ਘਟਾ ਰਿਹਾ ਕਿਉਂਕਿ ਮੈਂ 30 ਦਿਨਾਂ ਦਾ ਮੰਨ ਕੇ ਚੱਲ ਰਿਹਾ ਮਹੀਨਾ। ਤਾਂ ਆਨਸਰ ਕੀ ਹੋ ਜਾਊਗਾ ਆਪਣਾ? 2 ਸਾਲ 11 ਮਹੀਨੇ 18 ਦਿਨ। ਇੰਨਾ ਟਾਈਮ ਲੱਗਿਆ ਆਪਣੀ ਕੌਨਸਟੀਟਿਊਸ਼ਨ ਅਸੈਂਬਲੀ ਨੂੰ ਆਪਣੇ ਕੌਨਸਟੀਟਿਊਸ਼ਨ ਨੂੰ ਬਣਾਉਣ ਲਈ। ਤੇ ਬੇਸਿਕਲੀ ਇਹਦੇ ਵਿੱਚ ਕਿੰਨੇ 11 ਸੈਸ਼ਨ ਹੋਏ ਸੀਗੇ, ਯਾਨੀ ਕਿ ਆਪਣਾ ਕੌਨਸਟੀਟਿਊਸ਼ਨ ਜਿਹੜਾ ਬਣ ਕੇ ਤਿਆਰ ਹੋ ਗਿਆ ਸੀਗਾ ਉਹ 26 ਨਵੰਬਰ 1949 ਨੂੰ ਕੰਪਲੀਟ ਹੋ ਗਿਆ ਸੀਗਾ। ਤੇ ਬਾਅਦ ਦੇ ਵਿੱਚ ਜਿਹੜੀ ਅਸੈਂਬਲੀ ਸੀਗੀ ਉਹ 24 ਜਨਵਰੀ 1950 ਨੂੰ ਦੁਬਾਰਾ ਮਿਲੀ ਸੀਗੀ ਕਿ ਇਹਨੂੰ ਅਪਰੂਵ ਕਰ ਦਿੰਦੇ ਆਪਾਂ, ਤੇ 26 ਜਨਵਰੀ ਨੂੰ ਆਪਣਾ ਜਿਹੜਾ ਸੰਵਿਧਾਨ ਸੀ ਉਹ ਲਾਗੂ ਕਰ ਦਿੱਤਾ ਗਿਆ। 26 ਜਨਵਰੀ ਡੇਟ ਆ ਇਸੇ ਕਰਕੇ ਅਪਣਾਈ ਗਈ ਸੀਗੀ ਕਿਉਂਕਿ ਜਿਹੜਾ ਮੈਂ ਤੁਹਾਨੂੰ ਡਿਸਕਸ ਕੀਤਾ ਸੀ ਨਾ ਵੀ ਜਿਹੜਾ ਕਾਂਗਰਸ ਦਾ ਲਾਹੌਰ ਦਾ ਸੈਸ਼ਨ ਸੀਗਾ 1929 ਵਾਲਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ 26 ਜਨਵਰੀ 1930 ਨੂੰ ਭਾਰਤ ਨੂੰ ਆਜ਼ਾਦ ਕਰਾ ਲਵਾਂਗੇ। ਹਾਲਾਂਕਿ ਉਹ ਤਾਂ ਨਹੀਂ ਹੋ ਪਾਇਆ ਸੀਗਾ, ਲੇਕਿਨ 26 ਜਨਵਰੀ ਜਿਹੜੀ ਡੇਟ ਸੀਗੀ ਨਾ ਇੱਕ ਥੋੜ੍ਹੀ ਜਿਹੀ ਆਸਪੀਸ਼ੀਅਸ ਡੇਟ ਬਣ ਗਈ ਸੀਗੀ, ਤਾਂ ਇਸੇ ਰੀਜ਼ਨ ਕਰਕੇ 26 ਜਨਵਰੀ ਨੂੰ ਆਪਣਾ ਸੰਵਿਧਾਨ ਲਾਗੂ ਕਰਵਾਇਆ ਗਿਆ। ਆਨਸਰ ਬਾਰੇ ਦੱਸ ਦੇਣਾ ਦੁਬਾਰਾ ਤੋਂ ਮੈਂ, ਆਨਸਰ ਹੈਗਾ ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ ਹੈ ਵਾਟ ਵਾਜ਼ ਕਾਮਾਗਾਟਾ ਮਾਰੂ? ਕਿ ਕਾਮਾਗਾਟਾ ਮਾਰੂ ਕੀ ਸੀਗਾ? ਇੱਕ ਇੰਡਸਟਰੀਅਲ ਸੈਂਟਰ ਸੀਗਾ, ਇੱਕ ਬੰਦਰਗਾਹ ਸੀਗੀ, ਇੱਕ ਜਹਾਜ਼ ਸੀਗਾ ਜਾਂ ਆਰਮੀ ਯੂਨਿਟ ਸੀਗੀ? ਤਾਂ ਜਿਹੜੀ ਕਾਮਾਗਾਟਾ ਮਾਰੂ ਬਾਰੇ ਬਹੁਤ ਸਾਰੇ ਬੱਚਿਆਂ ਨੂੰ ਪਤਾ ਵੀ ਹੋਊਗਾ ਜਿਹੜੇ ਪੁਰਾਣੇ ਤਿਆਰੀ ਕਰ ਰਹੇ ਪੇਪਰ ਦੀ, ਤਾਂ ਉਹ ਸੀਗਾ ਇੱਕ ਸ਼ਿਪ। ਕੌਣ ਚਲਾ ਰਹੇ ਸੀਗੀ ਵੀ ਮੇਨ ਲੀਡ ਕੌਣ ਕਰ ਰਹੇ ਸੀ? ਉਹ ਸੀਗੇ ਬਾਬਾ ਗੁਰਦੀਪ ਸਿੰਘ ਜੀ, ਬਾਬਾ ਗੁਰਦੀਪ ਸਿੰਘ। ਤੇ ਇਹਦੇ ਵਿੱਚ 376 ਇੰਡੀਅਨ ਸੀਗੇ, 340 ਸਿੱਖ, 12 ਹਿੰਦੂ ਸੀਗੇ ਤੇ 24 ਸੀਗੇ ਮੁਸਲਿਮ। ਹਾਲਾਂਕਿ ਇਹਦੇ ਇੰਸੀਡੈਂਟ ਬਾਰੇ ਦੱਸਣ ਬਾਰੇ ਨਾ ਬਹੁਤ ਕੁਝ ਹੈਗਾ, ਕਿਉਂਕਿ ਜੇਕਰ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਵਿੱਚ ਦੱਸਾਂਗਾ ਨਾ ਤਾਂ ਮੇ ਵੀ ਆਹ ਵੀਡੀਓ ਜਿਹੜੀ ਹੈ 30 ਤੋਂ 40 ਮਿੰਟ ਦੀ ਚਲੀ ਜਾਣੀ ਹੈ, ਤਾਂ ਕਾਫੀ ਲੰਬੀ ਚਲੀ ਜਾਊਗੀ। ਨੈਕਸਟ ਜਿਹੜੀ ਪੰਜਾਬ ਦੀ ਸੀਰੀਜ਼ ਮੈਂ ਲੈ ਕੇ ਆਉਂਗਾ ਨਾ, ਉਹਦੇ ਵਿੱਚ ਤੁਹਾਨੂੰ ਕਾਮਾਗਾਟਾ ਮਾਰੂ ਬਾਰੇ ਨਾ ਡਿਟੇਲ ਦੇ ਵਿੱਚ ਡਿਸਕਸ ਕਰਾਂਗਾ। ਹਾਲੇ ਤੁਸੀਂ ਸਿਰਫ ਇੰਨਾ ਯਾਦ ਰੱਖ ਲਓ ਕਿ ਬਾਬਾ ਗੁਰਦੀਪ ਸਿੰਘ ਜੀ ਨੂੰ ਚਲਾ ਰਹੇ ਸੀਗੇ ਤੇ 376 ਭਾਰਤੀ ਸੀਗੇ ਇਸ ਸ਼ਿਪ ਦੇ ਵਿੱਚ, ਤੇ 340 ਸਿੱਖ, 24 ਮੁਸਲਿਮ ਤੇ 12 ਹਿੰਦੂ ਸੀਗੇ। ਆਨਸਰ ਹੈ ਆਪਣਾ ਆਪਸ਼ਨ ਨੰਬਰ ਸੀ। ਨੈਕਸਟ ਹੈਗਾ ਹੂ ਵਾਜ਼ ਦਾ ਚੇਅਰਮੈਨ ਆਫ ਦਾ ਡਰਾਫਟਿੰਗ ਕਮੇਟੀ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ? ਜਦੋਂ ਆਪਣੀ ਕੌਨਸਟੀਟਿਊਸ਼ਨ ਅਸੈਂਬਲੀ ਬੈਠੀ ਸੀ ਤਾਂ ਅੱਡ-ਅੱਡ ਤਰ੍ਹਾਂ ਦੀਆਂ ਕਮੇਟੀ ਬਣੀ ਸੀਗੀਆਂ, ਤੇ ਉਹਦੇ ਵਿੱਚ ਇੱਕ ਕਮੇਟੀ ਸੀਗੀ ਡਰਾਫਟਿੰਗ ਕਮੇਟੀ, ਤੇ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਲਈ। ਉਹਦੇ ਚੇਅਰਮੈਨ ਸੀਗੇ ਡਾਕਟਰ BR ਅੰਬੇਦਕਰ, ਡਾਕਟਰ ਭੀਮ ਰਾਓ ਅੰਬੇਦਕਰ ਜੀ ਇਹਦੇ ਚੇਅਰਮੈਨ ਸੀਗੇ। ਤੇ ਇਹ ਕਮੇਟੀ ਬਣੀ ਸੀਗੀ 1947 29 ਅਗਸਤ ਦੇ ਵਿੱਚ, ਯਾਨੀ ਕਿ ਆਪਣੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ। ਤੇ ਆਹ ਕੁਝ ਕਮੇਟੀਜ਼ ਦੇ ਨਾਂ ਨੇ ਜਿਹੜੀ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀਆਂ ਨੇ ਕਿ ਯੂਨੀਅਨ ਪਾਵਰ ਕਮੇਟੀ ਦੇ ਚੇਅਰਮੈਨ ਕੌਣ ਸੀਗੇ? ਜਵਾਹਰ ਲਾਲ ਨਹਿਰੂ ਸੀਗੇ। ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ, ਮਾਈਨੋਰਿਟੀ, ਟਰਾਈਬਲ ਤੇ ਜਿਹੜੇ ਐਕਸਕਲੂਡਡ ਏਰੀਆ ਸੀਗੇ ਉਹਨਾਂ ਲਈ ਸਰਦਾਰ ਵੱਲਭ ਭਾਈ ਪਟੇਲ ਨੂੰ ਬਣਾਇਆ ਸੀਗਾ। ਸਟੀਅਰਿੰਗ ਕਮੇਟੀ ਵੀ ਕਈ ਵਾਰ ਪੁੱਛੀ ਜਾਂਦੀ ਹੈ, ਡਾਕਟਰ ਰਾਜਿੰਦਰ ਪ੍ਰਸਾਦ। ਬਿਜ਼ਨਸ ਦੇ ਲਈ ਪੁੱਛਿਆ ਜਾਂਦਾ ਹੈਗਾ ਤਾਂ KM ਮੁਨਸ਼ੀ। ਬਿਜ਼ਨਸ ਤਾਂ ਯਾਦ ਕਰਨਾ ਵੀ ਆਸਾਨ ਹੈ ਕਿ ਬਿਜ਼ਨਸ ਕੌਣ ਸੰਭਾਲਦਾ? ਮੁਨਸ਼ੀ ਜੀ ਸੰਭਾਲਦੇ ਆ, ਤਾਂ ਇਸ ਤਰੀਕੇ ਨਾਲ ਆਪਾਂ ਯਾਦ ਵੀ ਰੱਖ ਸਕਦੇ ਹਾਂ। ਨੈਕਸਟ ਹੈ ਪ੍ਰੋਵਿੰਸ਼ੀਅਲ ਕੌਨਸਟੀਟਿਊਸ਼ਨ ਕਮੇਟੀ, ਸਰਦਾਰ ਵੱਲਭ ਭਾਈ ਪਟੇਲ। ਨੈਸ਼ਨਲ ਫਲੈਗ ਤੇ ਜਿਹੜੀ ਐਡਹੋਕ ਕਮੇਟੀ ਸੀਗੀ ਵੀ ਉਹਦੇ ਉੱਪਰ ਜਿਹੜੇ ਚੇਅਰਪਰਸਨ ਸੀ ਡਾਕਟਰ ਰਾਜਿੰਦਰ ਪ੍ਰਸਾਦ ਸੀਗੇ। ਵੈਸੇ ਤਾਂ ਕਮੇਟੀਆਂ ਬਹੁਤ ਸਾਰੀ ਸੀਗੀਆਂ, ਐਗਜ਼ਾਮ ਦੇ ਵਿੱਚ ਮੋਸਟਲੀ ਇਹਨਾਂ ਬਾਰੇ ਪੁੱਛਿਆ ਜਾਂਦਾ ਹੈ।
ਉਸ ਤੋਂ ਬਾਅਦ ਹੈ ਨੇਮ ਦਾ ਵਾਇਸਰਾਏ ਆਫ ਇੰਡੀਆ ਕੰਸਰਨ ਵਿਦ ਬੰਗਾਲ ਪਾਰਟੀਸ਼ਨ। ਜਦੋਂ ਬੰਗਾਲ ਪਾਰਟੀਸ਼ਨ ਹੋਇਆ ਸੀਗਾ, ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ, ਉਸ ਸਮੇਂ ਤੇ ਇੰਡੀਆ ਦੇ ਵਾਇਸਰਾਏ ਕੌਣ ਸੀਗੇ? ਬਹੁਤ ਪਪੂਲਰ ਕੁਐਸਚਨ ਹੈਗਾ। ਬੇਸਿਕਲੀ ਰੀਜ਼ਨ ਕੀ ਸੀਗਾ, ਤੁਹਾਨੂੰ ਮੈਪ ਦਿਖਾਉਣਾ ਮੈਂ। ਬੰਗਾਲ ਨੂੰ ਡਿਵਾਈਡ ਕਰਤਾ ਦੋ ਹਿੱਸਿਆਂ ਦੇ ਵਿੱਚ, ਬੰਗਾਲ ਅਤੇ ਈਸਟਰਨ ਬੰਗਾਲ। ਬਾਅਦ 'ਚ ਈਸਟਰਨ ਬੰਗਾਲ ਨੂੰ ਹੀ ਅੱਜ ਦੇ ਆਪਾਂ ਬੰਗਲਾਦੇਸ਼ ਕਹਿੰਦੇ ਹਾਂ। ਦੋ ਹਿੱਸਿਆਂ ਨੂੰ ਪਾਰਟ ਕਰਨ ਦਾ ਮਤਲਬ ਸੀਗਾ, ਜਿਹੜਾ ਆਹ ਵਾਲਾ ਹਿੱਸਾ ਸੀਗਾ ਇਹਦੇ ਵਿੱਚ ਜਿਹੜੇ ਸੀਗੇ ਹਿੰਦੂ ਮੈਜੋਰਿਟੀ ਦੇ ਵਿੱਚ ਸੀਗੇ ਅਤੇ ਮੁਸਲਿਮ ਜਿਹੜੇ ਸੀਗੇ ਉਹ ਮਾਈਨੋਰਿਟੀ ਦੇ ਵਿੱਚ ਸੀਗੇ। ਇਸ ਪਾਰਟ ਦੇ ਵਿੱਚ ਜਿਹੜੇ ਸੀਗੇ ਮੁਸਲਿਮ ਮੈਜੋਰਿਟੀ ਦੇ ਵਿੱਚ ਸੀਗੇ ਅਤੇ ਹਿੰਦੂ ਮਾਈਨੋਰਿਟੀ ਦੇ ਵਿੱਚ। ਦੈਟ ਮੀਨਸ ਕੀ ਸੀਗਾ, ਇੱਕ ਨੈਸ਼ਨਲਿਜ਼ਮ ਦੀ ਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਿ ਆਪਸ ਵਿੱਚ ਹੀ ਲੜਦੇ ਰਹਿਣਗੇ ਮਾਈਨੋਰਿਟੀ ਮੈਜੋਰਿਟੀ ਦੇ ਕਾਰਨ, ਅਤੇ ਜਿਹੜਾ ਅਸਲੀ ਮੁੱਦਾ ਹੈਗਾ ਦੇਸ਼ ਦੀ ਆਜ਼ਾਦੀ ਦਾ ਉਹ ਤੋਂ ਉਹ ਭਟਕ ਜਾਣ। ਅਤੇ ਆਹ ਚੀਜ਼ ਜਿਹੜੀ ਸੀ ਅੰਗਰੇਜ਼ਾਂ ਲਈ ਵੀ ਵਰਕ ਵੀ ਕੀਤੀ। ਤਾਂ ਉਸ ਸਮੇਂ 'ਤੇ ਜਿਹੜੇ ਵਾਇਸਰਾਏ ਸੀਗੇ ਉਹ ਸੀਗੇ ਲਾਰਡ ਕਰਜ਼ਨ। ਬਹੁਤ ਵਾਰ ਪੁੱਛਿਆ ਜਾਂਦਾ ਵੀ ਅਨਾਊਂਸਮੈਂਟ ਜਿਹੜੀ ਹੋਈ ਸੀਗੀ ਉਹ ਜੁਲਾਈ 1905 ਦੇ ਵਿੱਚ ਹੋਈ ਸੀਗੀ ਅਤੇ ਇਫੈਕਟ ਦੇ ਵਿੱਚ ਯਾਨੀ ਕਿ ਲਾਗੂ ਕਦੋਂ ਕੀਤਾ ਗਿਆ? ਅਕਤੂਬਰ 16, 1905 ਦੇ ਵਿੱਚ। ਹਾਲਾਂਕਿ 1911 ਵਿੱਚ ਜਦੋਂ ਅਮਰੀਕਾ ਦੇ ਰਾਜਾ ਵੀ ਜਾਰਜ ਕਿੰਗ 5 ਆਏ ਸੀਗੇ, ਉਹਨਾਂ ਨੇ ਇਸ ਨੂੰ ਵਾਪਸ ਲੈਣ ਦਾ ਵੀ ਜਿਹੜਾ ਫੈਸਲਾ ਕਰ ਦਿੱਤਾ ਗਿਆ ਸੀਗਾ, ਲੇਕਿਨ ਜਿਹੜਾ ਕੰਮ ਅੰਗਰੇਜ਼ ਕਰਨਾ ਚਾਹੁੰਦੇ ਸੀ ਉਹ ਹੋ ਚੁੱਕਿਆ ਸੀਗਾ। ਜਿਹੜੀ ਇੱਕ ਫੂਟ ਪਾਉਣਾ ਚਾਹੁੰਦੇ ਸੀ ਨਾ, ਉਹ ਪਾ ਚੁੱਕੇ ਸੀਗੇ। ਨੈਕਸਟ ਹੈ ਬਾਈ ਵਿਚ ਵਨ ਆਫ ਦਾ ਫੋਲੋਵਿੰਗ ਐਕਟ ਫੈਡਰਲ ਕੋਰਟ ਇਨ ਇੰਡੀਆ ਕ੍ਰੀਏਟਡ। ਅੱਜ ਆਪਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਬਾਰੇ, ਲੇਕਿਨ ਜੇਕਰ ਸੁਪਰੀਮ ਕੋਰਟ ਤੋਂ ਪਹਿਲਾਂ ਜਿਹੜੀ ਕੋਰਟ ਸੀਗੀ, ਯਾਨੀ ਕਿ ਸੁਪਰੀਮ ਕੋਰਟ ਦਾ ਨਾਂ ਜਿਹੜਾ ਸੀਗਾ ਪਹਿਲਾਂ ਫੈਡਰਲ ਕੋਰਟ ਹੀ ਸੀਗਾ। ਜਦੋਂ ਦੇਸ਼ ਆਜ਼ਾਦ ਹੋਇਆ ਉਹਦਾ ਨਾਂ ਉਹਨੂੰ ਖਤਮ ਕਰ ਦਿੱਤਾ ਗਿਆ ਫੈਡਰਲ ਕੋਰਟ ਨੂੰ, ਅਤੇ ਸੁਪਰੀਮ ਕੋਰਟ ਆਫ ਇੰਡੀਆ ਇਸਟੈਬਲਿਸ਼ ਹੋ ਗਈ ਸੀਗੀ 1950 ਦੇ ਵਿੱਚ। ਲੇਕਿਨ ਜਿਹੜੀ ਫੈਡਰਲ ਕੋਰਟ ਆਫ ਇੰਡੀਆ ਆਈ ਸੀਗੀ ਉਹ ਕਿਹੜੇ ਐਕਟ ਦੇ ਕਾਰਨ ਆਈ ਸੀਗੀ? ਉਹ ਆਈ ਸੀਗੀ ਜੀ ਗੌਰਮੈਂਟ ਆਫ ਇੰਡੀਆ ਐਕਟ 1935, ਆਪਸ਼ਨ ਨੰਬਰ ਡੀ। 1935 ਦੇ ਦੌਰਾਨ ਆਈ ਸੀਗੀ, ਲੇਕਿਨ ਬਣੀ ਕਦੋਂ ਸੀਗੀ? 1937 ਦੇ ਵਿੱਚ। ਅਤੇ ਜਿਹੜਾ ਫਸਟ ਚੀਫ ਜਸਟਿਸ ਸੀਗਾ ਵੀ ਇਹਦਾ, ਉਹ ਸੀਗਾ ਸਰ ਮੌਰਿਸ ਗਵਾਇਰ। ਇਹ ਵੀ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ। ਅੱਜ ਚੀਜ਼ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਫੈਡਰਲ ਕੋਰਟ ਤੋਂ ਬਾਅਦ ਜਿਹੜਾ ਸੀਗਾ ਸੁਪਰੀਮ ਕੋਰਟ ਜਿੱਦਾਂ ਹੀ ਬਣਿਆ, ਉਹ ਤੋਂ ਬਾਅਦ ਫੈਡਰਲ ਕੋਰਟ ਜਿਹੜਾ ਖਤਮ ਕਰ ਦਿੱਤਾ ਗਿਆ ਸੀਗਾ। ਅਤੇ ਜੇ ਮੈਂ ਅੱਜ ਦੇ ਬੁਨਿਆਦੀ ਢਾਂਚੇ ਬਾਰੇ ਗੱਲ ਕਰਾਂ, ਸਭ ਤੋਂ ਥੱਲੇ ਆਉਂਦਾ ਜੀ ਡਿਸਟ੍ਰਿਕਟ ਕੋਰਟ। ਡਿਸਟ੍ਰਿਕਟ ਕੋਰਟ ਦੇ ਵਿੱਚ ਬਾਅਦ ਆਉਂਦਾ ਹੈਗਾ ਜੀ ਹਾਈ ਕੋਰਟ, ਅਤੇ ਸੁਪਰੀਮ ਆਉਂਦਾ ਹੈਗਾ ਜੀ ਸੁਪਰੀਮ ਕੋਰਟ ਆਫ ਇੰਡੀਆ। ਯਾਨੀ ਕਿ ਇਸ ਦੇ ਫੈਸਲੇ ਤੋਂ ਬਾਅਦ ਤੁਸੀਂ ਕਿਤੇ ਵੀ ਜਾ ਕੇ ਅਪੀਲ ਨਹੀਂ ਕਰ ਸਕਦੇ, ਕਿਉਂਕਿ ਨੋਰਮਲੀ ਕੀ ਕਰਦੇ ਹੋ ਕਿ ਡਿਸਟ੍ਰਿਕਟ ਕੋਰਟ ਦੀ ਅਪੀਲ ਤੁਸੀਂ ਜੇਕਰ ਫੈਸਲੇ ਤੋਂ ਖੁਸ਼ ਨਹੀਂ ਹੋ ਤਾਂ ਜਿਹੜੇ ਇਹਦੇ ਜੱਜ ਨੇ ਉਹਨਾਂ ਦੇ ਫੈਸਲੇ ਨੂੰ ਚੈਲੰਜ ਕਰਦੇ ਹੋ ਤੁਸੀਂ ਹਾਈ ਕੋਰਟ ਚਲੇ ਜਾਂਦੇ ਹੋ। ਜੇ ਹਾਈ ਕੋਰਟ ਦੇ ਫੈਸਲੇ ਤੋਂ ਵੀ ਖੁਸ਼ ਨਹੀਂ ਹੋ ਤਾਂ ਉਹਨਾਂ ਨੂੰ ਚੈਲੰਜ ਕਰਦੇ ਹੋ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ। ਲੇਕਿਨ ਜੇਕਰ ਸੁਪਰੀਮ ਕੋਰਟ ਦੇ ਫੈਸਲਾ ਵੀ ਤੁਹਾਡੇ ਹੱਕ ਦੇ ਵਿੱਚ ਨਹੀਂ ਆਇਆ, ਤੁਹਾਡੇ ਹੱਕ ਦੇ ਵਿੱਚ ਆਇਆ, ਵਟ ਐਵਰ ਇਜ਼ ਦਾ ਰੀਜ਼ਨ ਜੋ ਵੀ ਹੈਗਾ, ਲੇਕਿਨ ਇਸ ਦੇ ਉੱਪਰ ਬਾਅਦ ਤੁਸੀਂ ਅਪੀਲ ਨਹੀਂ ਕਰ ਸਕਦੇ ਹੈਗੇ। ਆ ਇੰਡੀਆ ਦੀ ਜਿਹੜੀ ਹਾਈਐਸਟ ਐਪੈਕਸ ਕੋਰਟ ਹੈ, ਇਹਦੇ ਉੱਪਰ ਨਹੀਂ ਜਾ ਸਕਦੇ ਆਪਾਂ। ਅਤੇ ਜੇਕਰ ਮੈਂ ਅੱਜ ਦੀ ਗੱਲ ਕਰਾਂ, ਅੱਜ ਜਿਹੜੇ ਨੇ 30 ਜੱਜਿਸ ਬੈਠਦੇ ਨੇ, ਯਾਨੀ ਕਿ 29+1, ਯਾਨੀ ਕਿ ਇੱਕ CGI ਜਿਹੜੇ ਸ਼ਰਦ ਅਰਵਿੰਦ ਬੋਬੜੇ ਜੀ ਨੇ। ਆ ਕੁਐਸਚਨ ਮੈਂ ਪੁੱਛਿਆ ਵੀ ਸੀਗਾ ਤੁਹਾਨੂੰ ਪਹਿਲਾਂ, ਅਤੇ ਬਹੁਤ ਹੀ ਗਿਣੇ ਚੁਣੇ ਜਵਾਕਾਂ ਨੇ ਇਹਦਾ ਆਨਸਰ ਦਿੱਤਾ ਸੀਗਾ। ਮੰਨ ਲਓ ਜੇਕਰ 500,000 ਬੱਚੇ ਨੇ ਵੀਡੀਓ ਦੇਖੀ ਤਾਂ 20 ਬੱਚੇ ਨੇ ਆਨਸਰ ਦਿੱਤਾ ਸੀਗਾ, ਜੋ ਕਿ ਬਹੁਤ ਹੀ ਗਲਤ ਗੱਲ ਹੈ। ਜੇ ਮੈਂ ਤੁਹਾਨੂੰ ਕੁਝ ਪੁੱਛ ਰਿਹਾ ਤਾਂ ਵੀ ਇਹਦਾ ਆਨਸਰ ਜ਼ਰੂਰ ਦਿਓ, ਤਾਂ ਹੀ ਲੱਗੂਗਾ ਨਾ ਕਿ ਰਿਸਪੌਂਸ ਚੱਲ ਰਿਹਾ ਆਪਣੇ ਵਿੱਚ। ਅਤੇ ਮੈਕਸਿਮਮ ਜਿਹੜੀ ਪੋਸੀਬਲ ਸਟਰੈਂਥ ਹੈ ਉਹ 34 ਜਾ ਸਕਦੀ ਹੈ। 34 ਜਾ ਸਕਦੀ ਹੈ ਮਤਲਬ ਕੀ ਹੈ? ਮੈਕਸਿਮਮ ਜਿਵੇਂ ਹੁਣ 3 ਜੱਜ ਨੇ, 4 ਜੱਜ ਹੋਰ ਅਪੋਇੰਟ ਕੀਤੇ ਜਾ ਸਕਦੇ ਨੇ। ਕੀ ਇਹ ਹਮੇਸ਼ਾ ਹੀ 34 ਰਹੂਗੀ? ਜੀ ਨਹੀਂ, ਇਹਨੂੰ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈਗਾ। ਚਲੋ ਅੱਜ ਦੂਜਾ ਕੁਐਸਚਨ ਵੀ ਪੁੱਛ ਲੈਣਾ ਕਿ ਜਿਹੜੀ ਸੁਪਰੀਮ ਕੋਰਟ ਦੇ ਜੱਜਿਸ ਦੀ ਸਟਰੈਂਥ ਹੈ, ਇਹਨੂੰ ਇਨਕਰੀਜ਼ ਜਾਂ ਡਿਕਰੀਜ਼ ਕਰਨ ਦਾ ਹੱਕਦਾਰ ਕੌਣ ਹੈ? ਯਾਨੀ ਕਿ ਕੌਣ ਕਰ ਸਕਦਾ ਹੈ ਉਹਨੂੰ? ਕੀ ਪ੍ਰੈਜ਼ੀਡੈਂਟ ਕਰ ਸਕਦਾ ਹੈ, ਕੀ ਪ੍ਰਾਈਮ ਮਿਨਿਸਟਰ ਕਰ ਸਕਦਾ ਹੈ, ਜਾਂ ਪਾਰਲੀਮੈਂਟ ਕਰ ਸਕਦਾ ਹੈ? ਆਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ, ਅਤੇ ਆਹ ਤੁਹਾਨੂੰ ਦੱਸਣਾ ਹੀ ਪੈਣਾ ਹੈ ਜੀ, ਅਦਰਵਾਈਜ਼ ਮੈਂ ਕੁਐਸਚਨ ਪੁੱਛਣਾ ਹੀ ਬੰਦ ਕਰ ਦੇਣਾ ਹੈ। ਨੈਕਸਟ ਕੁਐਸਚਨ ਹੈਗਾ ਇਹ ਸੋਲਿਊਸ਼ਨ ਟਰਨ ਰੈੱਡ ਲਿਟਮਸ ਬਲੂ। ਕਿ ਜਿਹੜਾ ਇੱਕ ਸੋਲਿਊਸ਼ਨ ਹੈ ਜਿਹਦੇ ਵਿੱਚ ਰੈੱਡ ਲਿਟਮਸ ਪਾਇਆ ਗਿਆ ਸੀ ਅਤੇ ਉਹਦਾ ਕਲਰ ਚੇਂਜ ਕਰਕੇ ਉਹਨੇ ਬਲੂ ਕਰ ਦਿੱਤਾ, ਤਾਂ ਉਸ ਸੋਲਿਊਸ਼ਨ ਦਾ pH ਕੀ ਹੋਊਗਾ? ਯਾਨੀ ਕਿ ਉਸ ਸੋਲਿਊਸ਼ਨ ਦੇ ਵਿੱਚ ਕੀ ਸੀਗਾ? ਐਸਿਡ ਸੀਗਾ, ਬੇਸ ਸੀਗਾ, ਅਤੇ ਉਸੇ ਚੀਜ਼ ਦੀ ਜਿਹੜੀ ਹੈ pH ਵੈਲਿਊ ਪੁੱਛੀ ਗਈ ਹੈ। ਤੁਸੀਂ ਆਹ ਚੀਜ਼ਾਂ ਚੌਥੀ ਪੰਜਵੀਂ ਦੀ ਸਾਇੰਸ ਦੇ ਵਿੱਚ ਪੜ੍ਹੀ ਹੋਣੀ ਕਿ ਐਸਿਡ ਕੀ ਕਰਦਾ ਹੈਗਾ? ਬਲੂ ਲਿਟਮਸ ਨੂੰ ਰੈੱਡ ਬਣਾ ਦਿੰਦਾ ਹੈਗਾ, ਅਤੇ ਜਿਹੜਾ ਬੇਸ ਹੈ ਉਹ ਰੈੱਡ ਨੂੰ ਬਲੂ ਬਣਾ ਦਿੰਦਾ ਹੈਗਾ। ਆਹ ਦੋਨੋਂ ਕੇਸ ਆਪਾਂ ਪੜ੍ਹ ਲਏ। ਹੁਣ ਆਪਾਂ ਕੁਐਸਚਨ 'ਤੇ ਆਉਂਦੇ ਹਾਂ। ਕੁਐਸਚਨ ਦੇ ਵਿੱਚ ਕੀ ਕਿਹਾ ਕਿ ਰੈੱਡ ਨੂੰ ਬਲੂ ਬਣਾਤਾ, ਯਾਨੀ ਕਿ ਰੈੱਡ ਨੂੰ ਬਲੂ ਬਣਾਤਾ। ਤਾਂ ਆਪਾਂ ਗੱਲ ਕਰ ਰਹੇ ਹਾਂ ਬੇਸ ਦੀ, ਯਾਨੀ ਕਿ ਜਿਹੜਾ ਸੋਲਿਊਸ਼ਨ ਸੀਗਾ ਉਹ ਬੇਸ ਸੀਗਾ। ਤਾਂ ਹੁਣ ਆਪਾਂ ਨੂੰ ਪੁੱਛਿਆ ਕਿ ਇਹਦੀ pH ਵੈਲਿਊ ਕੀ ਹੋਏਗੀ? ਆਹ ਮੈਂ ਤੁਹਾਨੂੰ 3-4 ਕੁਐਸਚਨ ਪਹਿਲਾਂ ਹੀ ਦੱਸਿਆ ਹੈਗਾ ਕਿ ਜਿਹੜਾ pH ਸਕੇਲ ਹੈਗਾ 0, 7, 14, ਇੱਧਰ ਜਿਹੜਾ ਹੈਗਾ ਬੇਸ ਹੈ, ਇੱਧਰ ਜਿਹੜਾ ਹੈਗਾ ਐਸਿਡਿਕ ਹੈ। ਠੀਕ ਹੈ, ਦੈਟ ਮੀਨਸ ਆਹ ਬੇਸ ਹੈਗਾ ਕੁਐਸਚਨ ਦੇ ਹਿਸਾਬ ਨਾਲ, ਅਤੇ ਜਿਹੜਾ ਬੇਸ ਦੀ ਵੈਲਿਊ ਹੈ ਉਹ 7 ਤੋਂ ਜ਼ਿਆਦਾ ਹੀ ਹੋਣੀ ਚਾਹੀਦੀ ਹੈਗੀ ਹੈ, ਕਿਉਂਕਿ 7 'ਤੇ ਨਿਊਟਰਲ ਆਉਂਦਾ ਹੈਗਾ।
ਤੇ ਜਿਹੜੇ ਮੈਂ 3 ਆਪਸ਼ਨ ਦੇਖ ਰਿਹਾ ਉਹ 7 ਦਾ ਦੇਖ ਰਿਹਾ, 1 ਦਾ ਦੇਖ ਰਿਹਾ, 5 ਦਾ ਦੇਖ ਰਿਹਾ। ਕਿਆ 7 ਤੋਂ ਪਲੱਸ ਕਿਤੇ ਵੀ ਹੈਗਾ ਜੀ? ਨਹੀਂ, ਉਹ ਨਹੀਂ ਦਿੱਤਾ ਆਪਸ਼ਨ। ਤਾਂ ਆਨਸਰ ਕੀ ਹੋ ਗਿਆ ਜੀ? ਨਨ ਆਫ ਦਾ ਅਬਵ। ਕਿਉਂਕਿ ਜੇਕਰ 7 ਤੋਂ ਕੋਈ ਵੱਧ ਵੈਲਿਊ ਦਿੱਤੀ ਹੁੰਦੀ, 8 ਨੂੰ 10 11 12 ਕੁਛ ਵੀ ਦਿੱਤੀ ਹੁੰਦੀ, ਤਾਂ ਆਪਾਂ ਉਹ 'ਤੇ ਕਲਿੱਕ ਕਰ ਸਕਦੇ ਸੀਗੇ, ਲੇਕਿਨ ਦਿੱਤਾ ਹੀ ਨਹੀਂ ਹੋਇਆ। ਦੈਟ ਮੀਨਸ ਆਪਾਂ ਨਨ ਆਫ ਦਾ ਅਬਵ 'ਤੇ ਕਲਿੱਕ ਕਰਾਂਗੇ। ਆ ਜਿਹੜਾ ਹੈ pH ਵੈਲਿਊ ਦਾ ਸਕੇਲ ਤੁਸੀਂ ਦੇਖ ਹੀ ਰਹੇ ਹੋ ਕਿ ਕਿਤੇ ਐਸਿਡਿਕ ਹੈ, ਐਲਕਲਾਈਨ ਜਾਂ ਬੇਸਿਕ ਵੀ ਕਹਿ ਸਕਦੇ ਹਾਂ ਇਹਨੂੰ। ਇਹ ਚੀਜ਼ ਹੈ pH ਸਕੇਲ। ਧਿਆਨ ਰੱਖਿਓ, ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਆ ਸੀਗਾ ਆਪਣਾ ਬਈ ਅੱਜ ਦਾ ਪ੍ਰੋਡਕਟਿਵ ਲੈਕਚਰ। ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ। ਜੇ ਚੰਗਾ ਲੱਗਿਆ ਤਾਂ ਬਈ ਲਾਈਕ ਵੀ ਕਰਿਓ, ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਜਵਾਕਾਂ ਨੂੰ ਸਮਝ ਆ ਰਿਹਾ, ਅਤੇ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਦੇ ਨਾਲ ਕੰਮ ਕਰਦਾ ਹੈਗਾ। ਅਤੇ ਆਪਣੇ ਸਟੱਡੀ ਗਰੁੱਪ ਦੇ ਵਿੱਚ ਵੀ ਸ਼ੇਅਰ ਕਰੋ, ਭਾਵੇਂ ਉਹ ਟੈਲੀਗ੍ਰਾਮ 'ਤੇ ਹੈ, ਇੰਸਟਾਗ੍ਰਾਮ 'ਤੇ ਹੈ, ਵਟਸਐਪ 'ਤੇ ਹੈ, ਸਿਗਨਲ 'ਤੇ ਹੈ, ਕਿਸੇ ਵੀ ਪਲੇਟਫਾਰਮ 'ਤੇ ਹੈ, ਸ਼ੇਅਰ ਕਰੋ ਇਹਨੂੰ। ਸੋ ਥੈਂਕਸ ਫॉर ਵਾਚਿੰਗ ਜੀ। ਜਲਦੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।